ਬੁੱਲੇ ਸ਼ਾਹ ਨੇ ਕਿਹਾ ਸੀ ਮਨ ਦਾ ਕੀ ਸਮਝਾਣਾ, ਇਧਰੋਂ ਪੁੱਟਣਾ ਤੇ ਇਧਰੋਂ ਲਾਣਾ। ਜਿਹਦਾ ਮਨ ਡਰੱਗਸ ਨਾਲ ਲੱਗਿਆ ਹੋਇਆ ਉਹਨੂੰ ਕਿਸੇ ਮਕਸਦ ਦੇ ਨਾਲ ਜੋੜ ਦਿਓ ਤੁਸੀਂ। ਨਸ਼ੇ ਨੂੰ ਲੈ ਕੇ ਤੁਹਾਡਾ ਵਿਭਾਗ ਕੀ ਸੋਚ ਰਿਹਾ, ਕੀ ਤੁਸੀਂ ਕਰ ਰਹੇ ਹੋ ਕਿ ਇਹ ਨਸ਼ੇ ਵਰਗਾ ਜਿਹੜਾ ਕੋੜ ਹੈ ਇਹਨੂੰ ਖਤਮ ਕੀਤਾ ਜਾ ਸਕਦਾ ਪੰਜਾਬ 'ਚ? ਆ ਜਾਓ, ਇੱਧਰ ਨੂੰ ਆ ਜਾਓ, ਬਹੁਤ ਵਧੀਆ ਤੁਹਾਨੂੰ ਅਸੀਂ ਰੁਜ਼ਗਾਰ ਵੀ ਦੇਵਾਂਗੇ, ਕੰਮ ਵੀ ਸਿਖਾਵਾਂਗੇ, ਪਿਆਰ ਦੁਲਾਰ ਵੀ ਮਿਲੇਗਾ, ਤੁਹਾਡਾ ਇਲਾਜ ਕਰਾਂਗੇ, ਤੁਹਾਨੂੰ ਕੋਈ ਦਿੱਕਤ ਨਹੀਂ ਆਉਣ ਦਿੰਦੇ, ਕੋਈ ਤੁਹਾਡੀ ਹਰੈਸਮੈਂਟ ਨਹੀਂ ਹੋਏਗੀ। ਜਿਹੜਾ ਬੰਦਾ ਟੀਕਾ ਲਾਉਂਦਾ ਹੈ ਉਹਨੂੰ ਸਾਡੇ ਹਸਪਤਾਲ 'ਚ ਲਿਆਓ। ਇੱਕ ਤਾਂ ਜਿਹੜਾ ਬੰਦਾ ਨਸ਼ਾ ਕਰਦਾ ਹੈ ਉਹਨੂੰ ਅਸੀਂ 1 2 3 ਚਾਂਸ ਦੇਵਾਂਗੇ। ਜੇ ਉਹ ਬੰਦਾ ਨਹੀਂ ਸੁਧਰੇਗਾ, ਕੋਈ ਕ੍ਰਾਈਮ ਕਰੇਗਾ, ਫਿਰ ਉਹ ਜੇਲ੍ਹ 'ਚ ਜਾਏਗਾ, ਅਦਰਵਾਈਜ਼ ਉਹ ਜੇਲ੍ਹ ਨਹੀਂ ਜਾਣਗੇ, ਜੇਲ੍ਹਾਂ ਡੀਕੰਜੈਸਟ ਹੋ ਜਾਣਗੀਆਂ। ਉਹ ਉੱਥੇ ਕੱਖ ਨਹੀਂ ਰਿਹਾ, ਟੈਸਟ ਉੱਥੇ ਨਹੀਂ ਹੋ ਰਹੇ, ਦਵਾਈਆਂ ਉੱਥੇ ਨਹੀਂ ਮਿਲ ਰਹੀ, ਡਾਕਟਰ ਉੱਥੇ ਨਹੀਂ ਹੈਗੇ ਤੇ ਦਾਅਵੇ ਤੁਸੀਂ ਵੱਡੇ ਵੱਡੇ ਕਰ ਰਹੇ ਹੋ। ਸਿਆਸੀ ਵਿਰੋਧੀ ਪਾਰਟੀਆਂ ਸਿੱਧੇ ਤੌਰ ਤੇ ਇਤਰਾਜ਼ ਤੁਹਾਡੇ ਤੇ ਕਰਦੇ ਨੇ, ਤੁਹਾਡੀ ਸਰਕਾਰ ਤੇ ਕਰਦੀਆਂ ਨੇ। ਜਵਾਬ ਕੀ ਇਹਦਾ? ਜਿਹੜੇ ਕ੍ਰਿਟਿਸਾਈਜ਼ ਕਰਦੇ ਆ ਉਹਨਾਂ ਨੂੰ ਕਹੋ ਜੀ ਉੱਥੇ ਤੁਸੀਂ ਜਾਓ ਤਾਂ ਸਹੀ, ਤੁਹਾਨੂੰ ਸਿਰਦਰਦ ਦੀ ਗੋਲੀ ਵੀ ਮਿਲੂਗੀ, ਢਿੱਡ ਪੀੜ ਦੀ ਵੀ ਮਿਲੂਗੀ। ਬਹੁਤ ਸਾਰੀ ਜਗ੍ਹਾ ਸਵਾਲ ਇਹ ਹੁੰਦਾ ਕਿ ਦਵਾਈਆਂ ਦੀ ਘਾਟ ਹੈ, ਇੱਥੇ ਉਹਨਾਂ ਸਾਜੋ ਸਮਾਨ ਨਹੀਂ ਹੈ, ਸਹੂਲਤਾਂ ਨਹੀਂ ਹੈਗੀਆਂ, ਤਾਂ ਉਸ ਨੂੰ ਦੂਰ ਕਰਨ ਦੇ ਲਈ ਸਰਕਾਰ ਕੀ ਕਰ ਰਹੀ ਹੈ? ਕਿ ਸਾਰੇ ਸਿਟੀਜ਼ਨਸ ਨੂੰ ਇਰਰਿਸਪੈਕਟਿਵ ਆਫ देयर ਕਾਸਟ, ਕ੍ਰੀਡ, ਰਿਲੀਜਨ, ਈਵਨ ਇਕਨੋਮਿਕ ਸਟੇਟਸ, ਦੇ ਸ਼ੁੱਡ ਗੈਟ ਫ੍ਰੀ ਮੈਡੀਕਲ ਕੇਅਰ। ਔਰ ਇਹ ਜਿਵੇਂ ਆਮ ਆਦਮੀ ਕਲੀਨਿਕ ਦਾ, ਉਹਦੇ ਚੰਗੇ ਭਲੇ ਬੰਦੇ ਵੀ ਜਾਂਦੇ ਆ, ਜਿਹੜੇ ਵੈਲ ਟੂ ਡੂ ਆ ਉਹ ਵੀ ਜਾਂਦੇ ਆ, ਕਿਉਂਕਿ ਉਹਨਾਂ ਦੀ ਸਰਵਿਸਿਜ਼ ਹਾਈ ਕੁਆਲਿਟੀ ਸਰਵਿਸਿਜ਼ ਆ ਉੱਥੇ ਸਾਡੀਆਂ। ਸਾਡੇ ਜਿਹੜੇ ਆਉਣ ਵਾਲੇ ਦਿਨਾਂ 'ਚ ਸਾਡੇ ਜਿਹੜੇ ਹਸਪੀਟਲ ਵੀ ਆ, ਤੁਹਾਨੂੰ ਜਿਹੜੇ ਡਿਸਟ੍ਰਿਕਟ ਹਸਪੀਟਲ, ਮੈਡੀਕਲ ਕਾਲਜਸ, ਉਹ ਤੁਹਾਨੂੰ ਐਂ ਲੱਗੇਗਾ ਵੀ ਤੁਸੀਂ ਕਾਰਪੋਰੇਟ ਹਸਪੀਟਲ 'ਚ ਆ ਗਏ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। ਪੰਜਾਬ ਦੇ ਵਿੱਚ ਬਹੁਤ ਸਾਰੇ ਮਸਲੇ ਨੇ, ਜਿਨ੍ਹਾਂ ਦੇ ਵਿੱਚ ਸਿਹਤ ਦਾ ਮਸਲਾ ਇਹ ਸਭ ਤੋਂ ਵੱਡਾ, ਕਿਉਂਕਿ ਜੋ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਬਣੇ ਹੋਏ ਨੇ ਤੇ ਸਿਹਤ ਨੂੰ ਲੈ ਕੇ, ਨਸ਼ਿਆਂ ਨੂੰ ਲੈ ਕੇ ਤੇ ਹੋਰ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਪੰਜਾਬ ਦੀ ਨਬਜ਼ ਕੀ ਕਹਿ ਰਹੀ ਹੈ ਸਿਹਤ ਦੇ ਪੱਖ ਤੋਂ, ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਸਾਡੇ ਅੱਜ ਸਟੂਡੀਓ ਦੇ ਵਿੱਚ ਬਿਰਾਜਮਾਨ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ। ਬਹੁਤ ਬਹੁਤ ਧੰਨਵਾਦ ਜੀ। ਪ੍ਰਾਈਮ ਏਸ਼ੀਆ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਪੰਜਾਬ ਦੀ ਸਿਹਤ ਕੀ ਕਹਿੰਦੀ ਹੈ? ਨਬਜ਼ ਟਟੋਲ ਲੈਂਦੇ ਹੋ ਤੁਸੀਂ, ਪੁਰਾਣੇ ਡਾਕਟਰ ਹੋ, ਤੇ ਕੀ ਕਹਿ ਰਿਹਾ ਪੰਜਾਬ ਇਸ ਵੇਲੇ? ਦੇਖੋ, ਜਦੋਂ ਸਾਡੀ ਸਰਕਾਰ ਆਈ ਹੈ ਉਦੋਂ ਜਿਹੜਾ ਸਾਨੂੰ ਸਿਹਤ ਦਾ ਇਨਫਰਾਸਟਰਕਚਰ ਸੀ, ਜੋ ਸਾਡਾ ਢਾਂਚਾ ਸੀ, ਉਹਦੀ ਮਤਲਬ ਬਹੁਤ ਬੁਰੀ ਹਾਲਤ ਸੀ। ਉਹਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਦੋਂ ਕਿਹਾ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਉਹਨਾਂ ਦੀ ਸਭ ਤੋਂ ਵੱਡੀ ਪ੍ਰਾਇਰਟੀ ਜਿਹੜੀ ਸੀ ਉਹ ਸਿਹਤ ਸੀ, ਫਿਰ ਸਿੱਖਿਆ ਤੇ ਰੁਜ਼ਗਾਰ। ਇਹ ਪ੍ਰਾਇਰਟੀ ਲੈ ਕੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੰਮ ਕਰਨਾ ਸ਼ੁਰੂ ਕੀਤਾ। ਉਹਦੇ 'ਚ ਅਸੀਂ ਪਹਿਲਾਂ ਤਾਂ ਜਿਹੜਾ ਉਹ ਢਾਂਚਾ ਸੀਗਾ ਉਹਨੂੰ ਅਸੀਂ ਰੋਬਸਟ ਬਣਾਇਆ, ਔਰ ਸਾਡੀ ਜਿਹੜੀ ਹੁਣ ਤੱਕ ਦੀ ਸਾਡੀ ਜਿਹੜੀ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ, ਉਹ ਜਿਹੜਾ ਸਾਡਾ ਆਮ ਆਦਮੀ ਪਾਰਟੀ, ਜਿਹੜਾ ਆਮ ਆਦਮੀ ਕਲੀਨਿਕ ਜਿਹੜੇ ਬਣਾਉਣੇ ਸੀ ਅਸੀਂ, ਜੋ ਸਾਡੇ ਪਾਰਟੀ ਨੇ, ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਟਰਾਈਡ ਐਂਡ ਟੈਸਟਡ ਮਾਡਲ ਸੀਗਾ, ਉਹ ਅਸੀਂ ਪੰਜਾਬ 'ਚ ਲਾਗੂ ਕੀਤਾ। ਔਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਰਹਿਨੁਮਾਈ ਦੇ ਵਿੱਚ ਜਿਹੜੇ ਪਹਿਲੇ 500 ਕਲੀਨਿਕ ਬਣੇ ਆ, ਅਸੀਂ 1 ਸਾਲ ਦੇ ਵਿੱਚ ਬਣਾ ਦਿੱਤੇ, ਜਿਹੜਾ ਕਿ ਉਹਨਾਂ ਨੂੰ ਉੱਥੇ 4-5 ਸਾਲ ਲੱਗੇ ਸੀ ਉਹ ਬਣਾਉਣ ਵਾਸਤੇ ਜੀ। ਉਹਦੇ ਨਾਲ ਸਾਡਾ ਜਿਹੜਾ ਹੈਗਾ ਲੋਕਾਂ ਨੂੰ ਪ੍ਰਾਇਮਰੀ ਕੇਅਰ ਦੇ ਵਿੱਚ ਬਹੁਤ ਵੱਡਾ ਸਾਨੂੰ ਹੁੰਗਾਰਾ ਮਿਲਿਆ, ਔਰ ਅਜੇ ਤੱਕ ਉਹਦੇ 'ਚ 50 ਲੱਖ ਬੰਦੇ ਇਲਾਜ ਵੀ ਕਰਾ ਚੁੱਕੇ ਆ। ਇਸ ਤੋਂ ਬਾਅਦ ਜਿਹੜਾ ਸਾਡੀ ਦੂਜੀ ਪ੍ਰਾਇਰਟੀ ਉਹ ਹੈਗੀ ਹੈ ਸੈਕੰਡਰੀ ਕੇਅਰ, ਜਿਹਦੇ 'ਚ ਡਿਸਟ੍ਰਿਕਟ ਹਸਪੀਟਲ, ਸਬ ਡਿਵੀਜ਼ਨ ਹਸਪੀਟਲ ਔਰ ਜਿਹੜੇ ਕਮਿਊਨਿਟੀ ਹੈਲਥ ਸੈਂਟਰਸ ਹੈ, ਉਹਨਾਂ ਨੂੰ ਅਪਗ੍ਰੇਡ ਕਰਨਾ। ਇਹਨਾਂ ਨੇ ਸਪੈਸ਼ਲਿਸਟ ਭਰਤੀ ਨਹੀਂ ਕੀਤੇ ਸੀ, ਅਸੀਂ 272 ਸਪੈਸ਼ਲਿਸਟ ਭਰਤੀ ਕੀਤੇ। ਦੂਜਾ ਇਹ ਸੀਗਾ ਕਿ ਜਿਹੜੇ ਸਾਡੇ ਮੈਡੀਕਲ ਕਾਲਜ 'ਚ ਬੱਚੇ ਪੜ੍ਹਨ ਜਾਂਦੇ ਸੀ, ਉਹ 250 ਦੇ ਕਰੀਬ, 250-300 ਹਰ ਸਾਲ ਜਾਂਦੇ ਆ, ਉਹ ਬੌਂਡ ਸਾਈਨ ਕਰਦੇ ਆ। ਨਾ ਤਾਂ ਇਹਨਾਂ ਨੇ ਉਹਨਾਂ ਤੋਂ ਬੌਂਡ ਮਨੀ ਲਈ ਤੇ ਨਾ ਉਹਨਾਂ ਨੂੰ ਜੌਬਸ ਦਿੱਤੀਆਂ। ਇਸ ਵਾਰੀ ਪਹਿਲੀ ਵਾਰੀ ਹੈ ਕਿ ਅਸੀਂ ਜਿੰਨੇ ਬੱਚੇ ਪੀਜੀ ਕਰਕੇ ਆਏ ਉਹਨਾਂ ਨੂੰ, ਸਾਰੇ ਸਪੈਸ਼ਲਿਸਟ ਹੈ, ਸਾਰਿਆਂ ਨੂੰ ਅਸੀਂ ਉਹਨਾਂ ਨੂੰ ਇਮੀਡੀਏਟਲੀ ਰਿਕਰੂਟ ਕਰਕੇ ਉਹਨਾਂ ਨੂੰ ਅਲੱਗ-ਅਲੱਗ ਸੈਂਟਰ 'ਚ ਭੇਜ ਰਹੇ ਹਾਂ। ਇਸੇ ਤਰ੍ਹਾਂ ਸਾਡੇ ਜਿਹੜੇ ਮੈਡੀਕਲ ਕਾਲਜ ਸੀ, ਜਿਹਨੂੰ ਅਸੀਂ ਟਰਸ਼ਰੀ ਕੇਅਰ ਕਹਿੰਦੇ ਹਾਂ, ਜਿੱਥੇ ਸਾਰੀ ਸੁਵਿਧਾ MRI ਤੋਂ ਲੈ ਕੇ ਬ੍ਰੇਨ ਸਰਜਰੀ, ਹਾਰਟ ਸਰਜਰੀ, ਸਾਰਾ ਕੁਝ, ਉਹ ਸਪੈਸ਼ਲਿਸਟ ਨਹੀਂ ਸੀ, ਉਹ ਤਿੰਨੋਂ ਸਾਰੇ ਸੈਂਟਰ ਅਸੀਂ ਚੱਲਦੇ ਕਰ ਦਿੱਤੇ ਆ। ਸਾਡੇ ਕੋਲ ਨਿਊਰੋ ਸਰਜਨਸ ਵੀ ਆ ਗਏ ਆ ਔਰ ਹਾਰਟ ਦੇ ਡਾਕਟਰ ਵੀ ਆ ਗਏ ਆ। ਬਾਕੀ ਸਾਰੇ ਜਿੰਨੇ ਅਸੀਂ ਪੇਟ ਦੇ ਡਾਕਟਰ, ਸ਼ੂਗਰ ਦੇ ਡਾਕਟਰ, ਸਾਰੇ ਅਸੀਂ ਉਹ ਵੀ ਰੱਖ ਰਹੇ ਹਾਂ। ਤੇ ਇਸ ਤਰ੍ਹਾਂ ਸਾਡਾ ਪ੍ਰਾਇਮਰੀ ਕੇਅਰ, ਸੈਕੰਡਰੀ ਕੇਅਰ, ਟਰਸ਼ਰੀ ਕੇਅਰ, ਤਿੰਨਾਂ ਦੇ ਉੱਤੇ ਅਸੀਂ ਸਾਈਮਲਟੇਨੀਅਸਲੀ ਕੰਮ ਕਰ ਰਹੇ ਹਾਂ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 40 ਜਿਹੜੇ ਸੈਕੰਡਰੀ ਕੇਅਰ ਇੰਸਟੀਟਿਊਸ਼ਨ ਹੈ, ਜਿਸ ਤਰ੍ਹਾਂ ਮਹੱਲਾ ਕਲੀਨਿਕ ਡਿਵੈਲਪ ਕੀਤੇ ਆ, ਉਹ 100 ਹੋਰ ਖੁੱਲ੍ਹਣਗੇ। ਜਿਹੜੇ ਸਾਡੇ 40 ਸੈਕੰਡਰੀ ਕੇਅਰ ਦੇ ਹਸਪੀਟਲ ਆ, ਉਹਨਾਂ ਨੂੰ ਅਪਗ੍ਰੇਡ ਕੀਤਾ ਜਾਏਗਾ। ਉੱਥੇ ਜਿਹੜੀ ਹੈਗੇ ਆ ਉਹਨਾਂ ਦੇ ਵਿੱਚ ਵੀ ਇੱਕ ਵੀ ਹਸਪਤਾਲ ਨਹੀਂ, ਸਾਰੇ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਅਸੀਂ ਆਉਣ ਵਾਲੇ 6 ਮਹੀਨੇ ਸਾਲ ਦੇ ਵਿੱਚ, ਜਿਹਨੂੰ ਅਸੀਂ ICU ਕਹਿੰਦੇ ਹਾਂ, ਜਿਹਦੇ 'ਚ ਵੈਂਟੀਲੇਟਰ ਹੁੰਦੇ ਆ ਜਾਂ ਜਿਹੜੇ ਸੀਰੀਅਸ ਪੇਸ਼ੈਂਟ ਟ੍ਰੀਟ ਹੁੰਦੇ ਆ, ਇਹ ਸਾਰੀਆਂ ਸਰਵਿਸਿਜ਼ ਅਸੀਂ ਆਉਣ ਵਾਲੇ 1 ਸਾਲ ਦੇ ਵਿੱਚ ਦੇਣ ਜਾ ਰਹੇ ਹਾਂ। ਮੰਤਰੀ ਸਾਹਿਬ, ਵਿਧਾਨ ਸਭਾ ਦੇ ਵਿੱਚ ਵੀ ਪ੍ਰੈਸ ਗੈਲਰੀ 'ਚ ਬੈਠ ਕੇ ਇਹ ਦੇਖਦੇ ਰਹੀ ਹੈ, ਦੇਖਦੇ ਹੁੰਦੇ ਆ ਕਿ ਜ਼ਿਆਦਾਤਰ ਜਿਹੜੇ ਸਵਾਲ ਹੁੰਦੇ ਨੇ ਉਹ ਹੁੰਦੇ ਕਿ ਸਾਡੇ ਇੱਥੇ ਹਸਪਤਾਲ ਹੈ ਜੀ,
ਇੱਥੇ ਸਬ ਡਿਵੀਜ਼ਨ ਦੇ ਹਸਪਤਾਲ ਹੈ, ਇੱਥੇ ਫਲਾਣਾ ਸਾਡੇ ਕੋਲ ਡਾਕਟਰ ਨਹੀਂ ਹੈਗਾ, ਇੱਥੇ ਇੰਨੇ ਸਾਲ ਤੋਂ ਡਾਕਟਰ ਨਹੀਂ, 6 ਮਹੀਨਿਆਂ ਤੋਂ ਨਹੀਂ। ਤੁਸੀਂ ਟਾਈਮ ਬੋਰਡ ਵੀ ਬਹੁਤ ਕਰਦੇ ਹੋ ਕਿ ਜਲਦੀ ਇਹ ਕੰਮ ਕਰਾਂਗੇ। ਜੀ 1.5 ਸਾਲ ਹੋ ਗਿਆ ਤੁਹਾਡੀ ਸਰਕਾਰ ਨੂੰ, ਕਿ ਹਜੇ 1.5 ਸਾਲ ਹੋਰ ਚਾਹੀਦਾ ਤੁਹਾਨੂੰ ਉਸ ਤਰੀਕੇ ਨਾਲ ਪੂਰੇ ਇੱਕ ਪ੍ਰਬੰਧ ਚਲਾਉਣ ਵਾਸਤੇ, ਜਾਂ ਫਿਰ ਤੁਹਾਨੂੰ ਲੱਗਦਾ ਕਿ ਜੋ ਤੁਸੀਂ ਕਿਹਾ ਸੀ ਉਹ ਪੂਰਾ ਕਰਤਾ? ਨਹੀਂ, ਇਟਸ ਏ ਵਰਕ ਇਨ ਪ੍ਰੋਗਰੈਸ। ਸਾਡੇ 664 ਸਾਡੇ ਆਮ ਆਦਮੀ ਕਲੀਨਿਕ ਚੱਲਦੇ ਆ, ਜਿੱਥੇ ਬਿਲਡਿੰਗ ਵੀ ਸਾਫ਼ ਸੁਥਰੀ ਆ, ਨਵੀਂ ਆ, ਬਿਲਕੁਲ 에ਅਰ ਕੰਡੀਸ਼ਨਡ ਆ। 3 ਬੰਦੇ ਉੱਥੇ ਡਾਕਟਰ, ਜਿਹੜਾ ਆਪਣਾ ਫਾਰਮਾਸਿਸਟ ਤੇ ਨਰਸਿੰਗ ਅਸਿਸਟੈਂਟ ਜਿਹੜੇ ਹੈਗੇ ਆ ਜੀ, ਕਲੀਨਿਕਲ ਅਸਿਸਟੈਂਟ, ਉਹ ਤਿੰਨਾਂ ਕੋਲੇ ਲੈਪਟਾਪ ਹੈ। ਬਿਲਕੁਲ ਅਲਟਰਾ ਮਾਡਰਨ ਕਲੀਨਿਕ ਹੈ, ਡਾਕਟਰ ਵੀ ਹੈ, ਦਵਾਈ ਵੀ ਹੈ ਔਰ ਟੈਸਟ ਵੀ ਹੁੰਦੇ ਆ। ਇਹ ਤਾਂ ਅਸੀਂ ਆਲਰੇਡੀ ਕਰ ਦਿੱਤਾ ਹੈ, ਮਤਲਬ ਇਹ ਨਹੀਂ ਕਿ 1.5 ਸਾਲ 'ਚ ਕੁਛ ਨਹੀਂ ਹੋਇਆ। ਇਸੇ ਤਰ੍ਹਾਂ ਜਿਹੜੇ ਮੈਂ ਤੁਹਾਨੂੰ ਕਿਹਾ ਵੀ ਹੁਣ ਜਿਹੜਾ ਸੈਕੰਡਰੀ ਕੇਅਰ ਹੈ ਉਹਦੇ ਵਿੱਚ ਮਤਲਬ ICU ਵੀ ਹੋਵੇ, ਕ੍ਰਿਟੀਕਲ ਕੇਅਰ ਹੋਵੇ ਔਰ ਸਾਰੇ ਸਪੈਸ਼ਲਿਸਟ ਅਵੇਲੇਬਲ ਹੋਣ। ਇਹਦੇ ਵਾਸਤੇ ਮੈਂ ਕਹਿ ਰਿਹਾ ਵੀ ਇਹਦੇ ਵਾਸਤੇ 6 ਮਹੀਨੇ ਸਾਲ ਦੇ ਵਿੱਚ ਅਸੀਂ ਕਰ ਦਿਆਂਗੇ ਜੀ। ਅੱਛਾ ਮੰਤਰੀ ਸਾਹਿਬ, ਇੱਕ ਗੱਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਲਗਾਤਾਰ ਜਿਹੜੀਆਂ ਭਰਤੀਆਂ ਨੇ ਉਹ ਤੁਸੀਂ ਮਹਿਕਮੇ ਦੇ ਵਿੱਚ ਕਰ ਰਹੇ ਹੋ, ਪਰ ਬਹੁਤ ਸਾਰੇ ਜਗ੍ਹਾ ਸਵਾਲ ਇਹ ਹੁੰਦਾ ਕਿ ਦਵਾਈਆਂ ਦੀ ਘਾਟ ਹੈ, ਇੱਥੇ ਉਹਨਾਂ ਸਾਜੋ ਸਮਾਨ ਨਹੀਂ ਹੈ, ਸਹੂਲਤਾਂ ਨਹੀਂ ਹੈਗੀਆਂ, ਤਾਂ ਉਸ ਨੂੰ ਦੂਰ ਕਰਨ ਦੇ ਲਈ ਸਰਕਾਰ ਕੀ ਕਰ ਰਹੀ ਹੈ? ਹਾਂ, ਉਹਦੇ ਵਿੱਚ ਜਿਹੜੀ ਮੈਡੀਸਨ ਦੀ ਹੈਗੀ ਆ, ਅਸੀਂ ਸੈਂਟਰਲਾਈਜ਼ ਸਾਡੀ ਸਪਲਾਈ ਆ। ਹੁਣ ਸਾਡੇ ਕੋਲੇ 4 ਵੇਅਰ ਹਾਊਸ ਹੈ, ਕਿਤੇ ਕੋਈ ਕਮੀ ਨਹੀਂ ਹੈ। ਜਿਹੜੇ ਮੈਡੀਕਲ, ਜਿਹੜੇ ਤੁਹਾਡੇ ਆਮ ਆਦਮੀ ਕਲੀਨਿਕ 'ਚ ਉਹਨਾਂ 'ਚ ਕਿਤੇ ਵੀ ਦਵਾਈ ਦੀ ਸ਼ਾਰਟੇਜ ਨਹੀਂ ਹੈ, ਟੈਸਟਾਂ ਦੀ ਸ਼ਾਰਟੇਜ ਨਹੀਂ ਹੈ। ਜਿਹੜੇ ਸਾਡੇ ਸੈਕੰਡਰੀ ਕੇਅਰ ਤੇ ਟਰਸ਼ਰੀ ਕੇਅਰ ਹੈ ਉਹਨਾਂ ਦੇ ਵਿੱਚ ਵੀ ਅਸੀਂ ਜਿਹੜਾ ਲੋਕਲ ਲੈਵਲ ਤੇ ਉਹਨਾਂ ਨੂੰ ਜਿਹੜੀਆਂ ਪਾਵਰ ਹੈ ਅਸੀਂ ਉਹ ਡੀਸੈਂਟਰਲਾਈਜ਼ ਕਰਕੇ, ਉਹਨਾਂ ਕੋਲ ਪਹਿਲਾਂ 5 ਲੱਖ ਦੀ ਪਾਵਰ ਹੁੰਦੀ ਸੀ, ਅਸੀਂ ਉਹਨੂੰ ਵਧਾ ਕੇ 20 ਲੱਖ ਤੱਕ ਕਰ ਦਿੱਤਾ। ਉਹ ਲੋਕਲ ਲੈਵਲ ਤੇ ਵੀ ਪੇਸ਼ੈਂਟ ਨੂੰ ਜਿਹੜੀ ਮੈਡੀਸਨ ਹੈ ਪਰਚੇਜ਼ ਕਰਕੇ ਦੇ ਸਕਦੇ ਆ ਉਹ ਜੀ। ਤੇ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਹੈਗੇ ਆ ਆਲਰੇਡੀ ਸਾਡੇ ਬਹੁਤ ਸਾਰੇ ਹਸਪੀਟਲ ਅਸੀਂ ਇਹੋ ਜਿਹੇ ਬਣਾਤੇ ਆ ਜਿੱਥੇ ਪੇਸ਼ੈਂਟ ਤੋਂ ਕੋਈ ਦਵਾਈ ਬਾਹਰੋਂ ਨਹੀਂ ਮੰਗਾਈ ਜਾ ਸਕਦੀ। ਫਰੀਦਕੋਟ 'ਚ ਹੋ ਰਿਹਾ ਇਸ ਤਰ੍ਹਾਂ, ਬਾਕੀ ਜਗ੍ਹਾ ਤੇ ਵੀ ਅਸੀਂ ਫੇਜ਼ਡ ਮੈਨਰ ਦੇ ਵਿੱਚ, ਜਿੱਥੇ ਕਿਤੇ ਪ੍ਰੋਬਲਮ ਹੈਗੀ ਆ, ਮੈਡੀਸਨ ਦੀ ਕਮੀ ਨਹੀਂ ਆ ਸਾਡੇ ਕੋਲੇ। ਹੁਣ ਜਿਹੜਾ ਇੱਕ ਤੁਸੀਂ ਲੋਕਲ ਲੈਵਲ ਤੇ ਕਹਿ ਲਓ, ਕੋਈ SMO ਜਾਂ ਸਿਵਲ ਸਰਜਨ ਜਾਂ ਮੈਡੀਕਲ ਸੁਪਰਡੈਂਟ, ਉਹਨਾਂ ਦੇ ਲੈਵਲ ਤੇ ਕਿਤੇ ਢਿੱਲ ਹੋ ਸਕਦੀ ਆ ਵੀ ਉਹ ਵੇਅਰ ਹਾਊਸ ਤੋਂ ਲੈ ਕੇ ਨਹੀਂ ਆਏ ਜੀ, ਜਾਂ ਉਹਨਾਂ ਨੇ ਆਪਣੀ ਰਿਕੁਆਇਰਮੈਂਟ ਟਾਈਮ ਸਿਰ ਨਹੀਂ ਭੇਜੀ। ਕੋਈ ਕਮਿਊਨੀਕੇਸ਼ਨ ਗੈਪ ਤਾਂ ਹੋ ਸਕਦਾ ਕਿਤੇ, ਉਹਦੇ ਕਰਕੇ ਹੋ ਸਕਦਾ। ਅਦਰਵਾਈਜ਼ ਸਾਡੇ ਕੋਲ ਅਸੀਂ ਸਾਰੀਆਂ ਦਵਾਈਆਂ ਜਿੰਨੀਆਂ ਸਾਨੂੰ ਤਕਰੀਬਨ 280 ਦਵਾਈਆਂ ਦੇ ਜਿਹਨਾਂ ਦੇ ਰੇਟ ਕੰਟਰੈਕਟ ਹੋ ਗਿਆ, ਜਿਹੜੀਆਂ ਆਮ ਲੋਕਾਂ ਨੂੰ ਲੋੜ ਪੈਂਦੀ ਆ, 99% ਲੋਕਾਂ ਦਾ ਉਹਦੇ 'ਚ ਗੁਜ਼ਾਰਾ ਹੁੰਦਾ, ਉਹ ਸਾਰੀਆਂ ਦਵਾਈਆਂ ਸਾਡੇ ਕੋਲ ਅਵੇਲੇਬਲ ਹੈ, ਕੋਈ ਸ਼ਾਰਟੇਜ ਨਹੀਂ ਆ। ਮੰਤਰੀ ਸਾਹਿਬ, ਡਾਕਟਰੀ ਸਿਹਤ ਖੇਤਰ ਦੇ ਵਿੱਚ ਇੱਕ ਬਹਿਸ ਚੱਲ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ, ਉਹ ਅਖਬਾਰਾਂ ਦੇ ਵਿੱਚ ਵੀ ਆਈ ਹੈ। ਇੱਕ ਪਾਸੇ ਜੈਨਰਿਕ ਦਵਾਈਆਂ ਦਾ ਹਵਾਲਾ ਹੁੰਦਾ, ਇੱਕ ਪਾਸੇ ਐਥਿਕਸ ਦਵਾਈਆਂ ਦਾ ਹੁੰਦਾ, ਕਿ ਇਹ ਬਹੁਤ ਸਾਰੇ ਲੋਕ ਜਿਹੜੇ ਇਸ ਦੇ ਪੱਖ ਦੇ ਵਿੱਚ ਨੇ ਜੈਨਰਿਕ ਦਵਾਈਆਂ ਦੇ, ਉਹ ਕਹਿੰਦੇ ਕਿ ਡਾਕਟਰ ਨੂੰ ਸਾਲਟ ਲਿਖਣਾ ਚਾਹੀਦਾ ਤੇ ਕੋਈ ਬਕਾਇਦਾ ਇੱਕ ਕਿਸੇ ਕੰਪਨੀ ਦੀ ਸਪੈਸ਼ਲ ਉਹ ਦਵਾਈ ਨਹੀਂ ਲਿਖਣੀ ਚਾਹੀਦੀ। ਤੁਹਾਡਾ ਬਤੌਰ ਪੰਜਾਬ ਦੇ ਸਿਹਤ ਮੰਤਰੀ ਇਸ ਦੇ ਉੱਤੇ ਕੀ ਕਹਿਣਾ ਹੈ? ਤੁਸੀਂ ਕਿਵੇਂ ਸੋਚਦੇ ਹੋ? ਇਹਦੇ ਨਾਲ 2-3 ਆਸਪੈਕਟ ਹੈ ਜੀ। ਇੱਕ ਤਾਂ ਜਿਹੜੀ ਸਾਡੀ ਗਵਰਨਮੈਂਟ ਦੀ ਸਪਲਾਈ ਆ, ਉਹ ਅਸੀਂ ਮੈਨੂੰ ਦੱਸਣਾ ਚਾਹੁੰਦਾ ਵੀ ਜਿਹੜੀਆਂ ਜੈਨਰਿਕ ਦਵਾਈਆਂ ਵੀ ਕਹਿੰਦੇ ਆ, ਅਸੀਂ ਉਸ ਤੋਂ ਵੀ ਘੱਟ ਰੇਟ ਤੇ ਖਰੀਦ ਰਹੇ ਹਾਂ, ਕਿਉਂਕਿ ਅਸੀਂ ਬਲਕ ਵਿੱਚ ਖਰੀਦ ਰਹੇ ਹਾਂ। ਜੈਨਰਿਕ ਦਵਾਈਆਂ ਸਸਤੀਆਂ ਹੁੰਦੀਆਂ, ਇਹ ਵੀ ਇੱਕ ਮਿੱਥ ਹੈ। ਦੂਜਾ, ਕੁਆਲਿਟੀ ਜਿਹੜੀ ਹੈਗੀ ਆ ਉਹਦਾ ਜਿਹੜਾ ਮਤਲਬ ਉਹ ਬਹੁਤ ਵੱਡਾ ਇਸ਼ੂ ਆ ਜਿਹੜੀਆਂ ਜੈਨਰਿਕ ਦਵਾਈਆਂ ਦੇ ਵਿੱਚ। ਇਹ ਸਾਰਾ ਜਿਹੜੀ ਸਾਡੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਸੀਗਾ, ਉਹਨਾਂ ਨੇ ਸਾਰੇ ਇਹ ਵਾਲੇ ਇਸ਼ੂ ਹਾਈਲਾਈਟ ਕੀਤੇ ਸੀ। ਦੂਜੀ ਗੱਲ ਇਹ ਆ ਵੀ ਸੈਂਟਰ ਗਵਰਨਮੈਂਟ, ਜੇ ਤੁਸੀਂ ਬ੍ਰਾਂਡਡ ਦਵਾਈਆਂ ਲਿਖਣੀਆਂ ਨਹੀਂ ਹੈ ਤਾਂ ਉਹਨਾਂ ਨੂੰ ਮੈਨੂਫੈਕਚਰਿੰਗ ਕਿਉਂ ਅਲਾਉ ਕਰਨੀ ਉਹਦੀ? ਮਤਲਬ ਜੇ ਤੁਸੀਂ ਸਾਰੇ ਡਾਕਟਰਸ ਨੂੰ ਕਹਿ ਰਹੇ ਹੋ ਸਿਰਫ ਜੈਨਰਿਕ ਦਵਾਈਆਂ ਲਿਖੋ, ਉਹਦੇ 'ਚ ਉਹ ਰੂਲ ਹੀ ਬਣਾ ਦਿਓ ਕਿ ਸਾਰੀਆਂ ਦਵਾਈਆਂ ਜੈਨਰਿਕ ਹੀ ਹੋਣਗੀਆਂ। ਥੱਲੇ ਕੰਪਨੀ ਆਪਣਾ ਨਾਂ ਲਿਖ ਸਕਦੀ ਆ, MSP ਦੇ ਸਕਦੀ ਆ, ਮਿਨੀਮਮ ਪ੍ਰਾਈਸ ਜਾਂ ਮੈਕਸਿਮਮ ਪ੍ਰਾਈਸ ਜਿਹੜੀ ਉਹ ਦੇ ਸਕਦੀ ਆ। ਉਹਦੇ 'ਚ ਜੇ ਜਦੋਂ ਤੁਸੀਂ ਬ੍ਰਾਂਡਡ ਮੈਡੀਸਨ ਬਣਾ ਰਹੇ ਹੋ, ਉਹ ਮਾਰਕੀਟ 'ਚ ਆ ਰਹੀਆਂ, ਨੈਚੁਰਲੀ ਉਹ ਮਾਰਕੀਟਿੰਗ ਕਰਨਗੇ, ਡਾਕਟਰਸ ਕੋਲ ਜਾਣਗੇ, ਜਿਹੜੇ ਪ੍ਰਾਈਵੇਟ ਡਾਕਟਰਸ ਆ ਉਹਨਾਂ ਤੇ ਤੁਸੀਂ ਕਿੱਦਾਂ ਬਾਈਂਡਿੰਗ ਕਰੋਗੇ ਉਹਨੂੰ? ਸੋ ਇਹ ਸਾਰੇ ਇਸ਼ੂਜ਼ ਲੈ ਕੇ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਸੈਂਟਰ ਗਵਰਨਮੈਂਟ ਨੇ ਆਪਣਾ ਆਰਡਰ ਵਾਪਸ ਲੈ ਲਿਆ। ਬਿਲਕੁਲ ਠੀਕ। ਉਹ ਮਤਲਬ ਇਲ ਥਾਟ ਆਫ, ਮਤਲਬ ਉਹਨਾਂ ਨੇ ਇਲੌਜੀਕਲ, ਉਹਨਾਂ ਨੇ ਸੋਚਿਆ ਨਹੀਂ, ਉਹਦੇ ਬਾਰੇ ਕੋਈ ਜੁਡੀਸ਼ੀਅਸ ਮਾਈਂਡ ਨਹੀਂ ਅਪਲਾਈ ਕੀਤਾ, ਉਹ ਆਰਡਰ ਵਾਪਸ ਹੋ ਚੁੱਕਿਆ। ਸੋ ਮੇਰੀ ਆਪਣੀ ਰਾਏ ਹੈ ਕਿ ਜਿਹੜੀ ਹੈਲਥ ਹੈ ਇਹ ਇੱਕ ਫੰਡਾਮੈਂਟਲ ਰਾਈਟ ਹੈ, ਇਹ ਲੋਕਾਂ ਦਾ ਇੱਕ ਮੌਲਿਕ ਅਧਿਕਾਰ ਹੈ, ਔਰ ਜਿਹੜੀ ਗਵਰਨਮੈਂਟ ਹੈਗੀ ਆ ਉਹ ਡਿਊਟੀ ਬਾਉਂਡ ਹੈ ਟੂ ਪ੍ਰੋਵਾਈਡ ਹੈਲਥ ਕੇਅਰ ਟੂ ਆਲ ਇਟਸ ਸਿਟੀਜ਼ਨ। ਇਹ ਸਰਕਾਰ ਦਾ ਫਰਜ਼ ਹੈ, ਜੋ ਕਿ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਹੈ, ਅਰਵਿੰਦ ਕੇਜਰੀਵਾਲ ਦੀ ਸਰਕਾਰ ਕਰ ਰਹੀ ਹੈ, ਕਿ ਸਾਰੇ ਸਿਟੀਜ਼ਨਸ ਨੂੰ ਇਰਰਿਸਪੈਕਟਿਵ ਆਫ देयर ਕਾਸਟ, ਕ੍ਰੀਡ, ਰਿਲੀਜਨ, ਈਵਨ ਇਕਨੋਮਿਕ ਸਟੇਟਸ, ਦੇ ਸ਼ੁੱਡ ਗੈਟ ਫ੍ਰੀ ਮੈਡੀਕਲ ਕੇਅਰ। ਔਰ ਇਹ ਜਿਵੇਂ ਆਮ ਆਦਮੀ ਕਲੀਨਿਕ ਦਾ, ਉਹਦੇ ਚੰਗੇ ਭਲੇ ਬੰਦੇ ਵੀ ਜਾਂਦੇ ਆ, ਜਿਹੜੇ ਵੈਲ ਟੂ ਡੂ ਆ ਉਹ ਵੀ ਜਾਂਦੇ ਆ, ਕਿਉਂਕਿ ਉਹਨਾਂ ਦੀ ਸਰਵਿਸਿਜ਼ ਹਾਈ ਕੁਆਲਿਟੀ ਸਰਵਿਸਿਜ਼ ਆ ਉੱਥੇ ਸਾਡੀਆਂ। ਤੇ ਇਸ ਕਰਕੇ ਜਿਹੜਾ ਇਹ ਵਾਲਾ ਕੰਮ ਹੈ ਇਹ ਸਰਕਾਰ ਨੂੰ ਕਰਨਾ ਚਾਹੀਦਾ। ਉਹਦੇ ਨਾਲ ਕੀ ਹੋਏਗਾ ਕਿ ਜਦੋਂ ਗਵਰਨਮੈਂਟ ਸੈਕਟਰ ਰੋਬਸਟ ਹੋਏਗਾ, ਜਿਵੇਂ ਦਿੱਲੀ 'ਚ ਅਸੀਂ ਪੰਜਾਬ 'ਚ ਕਰ ਦਿੱਤਾ, ਉਹਦੇ ਨਾਲ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਵੀ ਅੱਛੀ ਚੇਂਜ ਆਉਂਦੀ ਹੈ। ਦੈਨ ਦੇ ਹੈਵ ਟੂ ਕੰਪੀਟ ਵਿਦ ਦਾ ਗਵਰਨਮੈਂਟ ਸੈਕਟਰ। ਅੱਗੇ ਕੀ ਸੀ, ਇਹਨਾਂ ਨੇ ਜਿਹੜੀ ਪਹਿਲੀਆਂ ਸਰਕਾਰਾਂ ਸੀ, ਇਹਨਾਂ ਨੇ ਗਵਰਨਮੈਂਟ ਸੈਕਟਰ ਨੂੰ ਖਤਮ ਕਰਤਾ, ਨਾ ਡਾਕਟਰ ਹੈ ਜੀ,
ਬਿਲਡਿੰਗ ਡਿਲੈਪੀਡੇਟਡ ਹੈ, ਗਿਰਨ ਵਾਲੀ ਆ, ਅਨਸੇਫ ਹੈ ਔਰ ਦਵਾਈਆਂ ਨਹੀਂ ਮਿਲਦੀਆਂ, ਟੈਸਟ ਨਹੀਂ ਹੁੰਦੇ, ਤਾਂ ਲੋਕਾਂ ਨੂੰ ਮਜਬੂਰ ਹੋ ਕੇ ਕਿਤੇ ਪ੍ਰਾਈਵੇਟ ਹਸਪਤਾਲ ਜਾਣਾ ਪੈਂਦਾ ਸੀ। ਹੁਣ ਜਦੋਂ ਗਵਰਨਮੈਂਟ ਸਰਵਿਸਿਜ਼ ਮਿਲਣ ਲੱਗ ਗਈਆਂ, ਹੁਣ ਪ੍ਰਾਈਵੇਟ ਹਸਪਤਾਲ ਵਾਲੇ ਉਹਨਾਂ ਨੂੰ ਇਨਸੈਂਟਿਵਸ ਦਿੰਦੇ ਆ ਕਿ ਸਾਡੇ ਕੋਲ ਆਓ, ਅਸੀਂ ਇਲਾਜ ਸਸਤਾ ਕਰਾਂਗੇ, ਵਧੀਆ ਕਰਾਂਗੇ। ਸੋ ਇਹ ਜਿਹੜਾ ਗਵਰਨਮੈਂਟ ਸੈਕਟਰ ਦਾ ਇੱਕ ਰੋਬਸਟ ਹੋਣਾ, ਇੱਕ ਅੱਛਾ ਹੋਣਾ, ਗਵਰਨਮੈਂਟ ਸਰਵਿਸ ਦਾ ਮਤਲਬ ਐਜ਼ ਗੁੱਡ ਐਜ਼ ਪ੍ਰਾਈਵੇਟ ਹੋਣਾ, ਸਾਡੇ ਜਿਹੜੇ ਆਉਣ ਵਾਲੇ ਦਿਨਾਂ 'ਚ ਸਾਡੇ ਜਿਹੜੇ ਹਸਪੀਟਲ ਵੀ ਆ, ਤੁਹਾਨੂੰ ਜਿਹੜੇ ਡਿਸਟ੍ਰਿਕਟ ਹਸਪੀਟਲ, ਮੈਡੀਕਲ ਕਾਲਜਸ, ਉਹ ਤੁਹਾਨੂੰ ਐਂ ਲੱਗੇਗਾ ਵੀ ਤੁਸੀਂ ਕਾਰਪੋਰੇਟ ਹਸਪੀਟਲ 'ਚ ਆ ਗਏ। ਉਹੋ ਜਿਹੀਆਂ ਸਰਵਿਸਿਜ਼ ਹੋਣਗੀਆਂ ਤੁਹਾਨੂੰ, ਮਤਲਬ ਬਹੁਤ ਵਧੀਆ ਇਹ ਕੁਆਲਿਟੀ ਸਰਵਿਸਿਜ਼ ਦੇਵਾਂਗੇ, ਵਰਲਡ ਕਲਾਸ ਸਰਵਿਸਿਜ਼ ਦੇਵਾਂਗੇ। ਉਹਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਅਨੋਮਲੀਜ਼ ਆ ਉਹ ਆਪਣੇ ਆਪ ਦੂਰ ਹੋ ਜਾਣਗੀਆਂ। 5 ਲੀਟਰ ਰੋਗਨ ਜੀ ਤੇ ਉੱਥੇ ਲਿਪਾ ਪੋਚੀ ਕਰਤਾ, ਉਹ ਤੁਸੀਂ ਉਸ ਸੁਵਿਧਾ ਕੇਂਦਰ ਨੂੰ ਜਿਹੜੇ ਪਿਛਲੇ ਗਵਰਨਮੈਂਟ ਵੇਲੇ ਬਣਾਏ ਸੀ ਉਹਨੂੰ ਤੁਸੀਂ ਆਮ ਆਦਮੀ ਕਲੀਨਿਕ ਦਾ ਜ਼ਿਕਰ ਨਾਮ ਦਿੱਤਾ। ਹੋ ਉੱਥੇ ਕੱਖ ਨਹੀਂ ਰਿਹਾ, ਟੈਸਟ ਉੱਥੇ ਨਹੀਂ ਹੋ ਰਹੇ, ਦਵਾਈਆਂ ਉੱਥੇ ਨਹੀਂ ਮਿਲ ਰਹੀ, ਡਾਕਟਰ ਉੱਥੇ ਨਹੀਂ ਹੈਗੇ, ਤੇ ਦਾਅਵੇ ਤੁਸੀਂ ਵੱਡੇ ਵੱਡੇ ਕਰ ਰਹੇ ਹੋ। ਸਿਆਸੀ ਵਿਰੋਧੀ ਪਾਰਟੀਆਂ ਸਿੱਧੇ ਤੌਰ ਤੇ ਇਤਰਾਜ਼ ਤੁਹਾਡੇ ਤੇ ਕਰਦੇ ਨੇ, ਤੁਹਾਡੀ ਸਰਕਾਰ ਤੇ ਕਰਦੀਆਂ ਨੇ। ਜਵਾਬ ਕੀ ਇਹਦਾ? ਦੇਖੋ, ਇਹਦਾ ਜਵਾਬ ਇਹ ਹੈ ਵੀ ਮੈਂ ਮੀਡੀਆ ਦੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਨਾ ਸਾਡੀ ਗੱਲ ਮੰਨੋ ਨਾ ਉਹਨਾਂ ਦੀ ਮੰਨੋ, ਉੱਥੇ ਜਾ ਕੇ ਦੇਖੋ। ਇਹ ਸਾਰੀਆਂ ਜਿੰਨੀਆਂ ਸਰਵਿਸਿਜ਼ ਹੈ IT ਇਨੇਬਲਡ ਹੈ, ਸਾਰਾ ਕੁਝ ਔਨਲਾਈਨ ਹੈ, ਸਾਰਾ ਡਾਟਾ ਔਨਲਾਈਨ ਹੈ। ਉੱਥੇ ਤੁਹਾਨੂੰ ਡਾਕਟਰ ਵੀ ਮਿਲੇਗਾ, ਫਾਰਮਾਸਿਸਟ ਵੀ ਮਿਲੇਗਾ, ਔਰ ਜਿਹੜੇ ਤੁਹਾਡੇ ਬੰਦੇ ਜਿਹਨਾਂ ਦੀ ਤੁਸੀਂ ਗੱਲ ਕੀਤੀ ਹੈ, ਜਿਹੜੇ ਕ੍ਰਿਟਿਸਾਈਜ਼ ਕਰਦੇ ਆ, ਉਹਨਾਂ ਨੂੰ ਕਹੋ ਜੀ ਉੱਥੇ ਤੁਸੀਂ ਜਾਓ ਤਾਂ ਸਹੀ, ਤੁਹਾਨੂੰ ਸਿਰ ਦਰਦ ਦੀ ਗੋਲੀ ਵੀ ਮਿਲੂਗੀ, ਢਿੱਡ ਪੀੜ ਦੀ ਵੀ ਮਿਲੂਗੀ, ਸਾਰੀਆਂ ਦਵਾਈਆਂ ਹੈਗੀਆਂ ਉੱਥੇ। ਉਹਦੇ ਵਿੱਚ ਤੁਹਾਡੇ 38 ਟੈਸਟ ਹੋ ਰਹੇ ਆ ਜੀ, 80 ਕਿਸਮ ਦੀਆਂ ਦਵਾਈਆਂ, ਜਿਹਦੇ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ, ਕਾਮਨ ਬਿਮਾਰੀਆਂ ਸਾਰੀਆਂ ਆ ਗਈਆਂ ਜੀ ਉਹਦੇ। ਪਰ ਜਿਹੜੀ ਲੈਬੋਰਟਰੀ ਸੀਗੀ ਉਹਦੇ ਬਾਰੇ ਵੀ ਇੱਕ ਜ਼ਿਕਰ ਹੋਇਆ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਉਹ ਸਹੀ ਤਰੀਕੇ ਨਾਲ ਟੈਸਟ ਨਹੀਂ ਹੋ ਰਹੇ, ਕੁਛ ਇਹੋ ਜਿਹੀ ਰਿਪੋਰਟਾਂ ਵੀ ਅਖਬਾਰਾਂ ਵਿੱਚ ਉਹਦੇ 'ਚ ਜਦੋਂ ਅਸੀਂ ਪਹਿਲਾਂ ਸ਼ੁਰੂ ਕੀਤਾ ਹੈਗਾ, ਉਹਦੇ 'ਚ ਥੋੜ੍ਹੀਆਂ ਜਿਹੀਆਂ ਟੀਥਿੰਗ ਟਰਬਲਸ ਹੁੰਦੀਆਂ ਜਦੋਂ ਅਸੀਂ ਕੋਈ ਨਵੀਂ ਸਕੀਮ ਕਰਦੇ ਹਾਂ। ਹੁਣ ਇੱਕ ਪੈਥ ਲੈਬਸ ਕਰਕੇ ਹੈਗੀ ਆ, ਜਿਹੜੀ ਕਿ ਸਾਡੇ ਆਮ ਆਦਮੀ ਕਲੀਨਿਕ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਟੈਸਟ ਕਰਦੇ ਆ। ਉਹਦੇ 'ਚ ਕੁਛ ਇੱਕ ਜਗ੍ਹਾ 'ਤੇ ਮਤਲਬ 2 3 4 ਜਗ੍ਹਾ 'ਤੇ 5 ਜਗ੍ਹਾ 'ਤੇ ਇਸ਼ੂਜ਼ ਆ ਜਾਂਦਾ, ਫਿਰ ਰਿਪੋਰਟ ਅਗਲੇ ਦਿਨ ਨਹੀਂ ਪਹੁੰਚਦੀ, ਉਸ ਤੋਂ ਅਗਲੇ ਦਿਨ ਪਹੁੰਚਦੀ ਹੈ, 2 ਦਿਨ ਬਾਅਦ ਆਉਂਦੀ ਹੈ ਰਿਪੋਰਟ। ਜਿਵੇਂ ਹੁਣ ਡੇਂਗੂ ਹੋ ਗਿਆ, ਸਾਨੂੰ ਰਿਪੋਰਟ ਇਮੀਡੀਏਟਲੀ ਚਾਹੀਦੀ ਹੁੰਦੀ ਆ। ਉਹ ਅਸੀਂ ਜਿਹੜਾ ਉਹਨਾਂ ਨੂੰ ਅਸੀਂ ਪੈਸੇ ਐਕਸਟਰਾ ਦੇ ਰਹੇ ਹਾਂ, ਜਿਹੜੇ ਸਾਡੇ ਉੱਥੇ ਹੈਗੇ ਵੀ ਤੁਸੀਂ ਵਾਈਫਾਈ ਦਾ ਜਾਂ ਘੱਟੋ ਘੱਟ ਤੁਸੀਂ ਜਿਹੜਾ BSNL ਦਾ ਲੈਂਡਲਾਈਨ ਕਨੈਕਸ਼ਨ ਲੈ ਲਓ, ਉਹਦੇ ਨਾਲ ਵਾਈਫਾਈ ਦੇ ਇਸ਼ੂ ਆ, ਕਨੈਕਟੀਵਿਟੀ ਦੇ ਇਸ਼ੂ ਆ ਜੀ, ਤਾਂ ਕਿ ਜਦੋਂ ਜਿਸ ਦਿਨ ਟੈਸਟ ਜਾਂਦਾ ਇਮੀਡੀਏਟਲੀ ਜਿਹੜੀ ਰਿਪੋਰਟ ਹੈ ਉਹ ਸਾਰਾ ਅਸੀਂ ਔਨਲਾਈਨ ਸਾਡਾ ਸਿਸਟਮ ਹੈ, ਉਹ ਪੇਸ਼ੈਂਟ ਨੂੰ ਮੈਸੇਜ ਆ ਜਾਂਦਾ ਕਿ ਤੁਹਾਡਾ ਟੈਸਟ ਹੋ ਗਿਆ, ਤੇ ਉਹਦੇ ਕੋਲ ਇੱਕ ID ਹੁੰਦੀ ਆ, ਉਹ ਆਪਣੀ ਰਿਪੋਰਟ ਚੈੱਕ ਕਰ ਸਕਦਾ ਵੀ ਉਹਦੀ ਰਿਪੋਰਟ ਕੀ ਆਈ ਆ, ਤੇ ਡਾਕਟਰ ਕੋਲ ਵੀ ਆ ਜਾਂਦੀ ਹੈ, ਡਾਕਟਰ ਚੈੱਕ ਕਰ ਲੈਂਦਾ, ਜੇ ਕੋਈ ਦਵਾਈ ਚੇਂਜ ਕਰਨੀ ਹੈ ਉਹ ਕਰ ਦਿੰਦਾ। ਸੋ ਉਹ ਵਾਲੀ ਪ੍ਰੋਬਲਮ ਅਸੀਂ ਓਵਰਕਮ ਕਰ ਲਈ। ਇਸੇ ਤਰ੍ਹਾਂ ਜਿਹੜਾ ਸੈਕੰਡਰੀ ਕੇਅਰ ਦੇ ਵਿੱਚ ਆ, ਉਹਦੇ 'ਚ ਜਿਹੜੇ ਕਰਸਨਾ ਡਾਇਗਨੋਸਟਿਕਸ ਕਰਕੇ ਆ, ਉਹਨੂੰ ਕ੍ਰਿਸ਼ਨਾ ਡਾਇਗਨੋਸਟਿਕ ਵੀ ਆਮ ਬੰਦੇ ਕਹਿ ਦਿੰਦੇ ਆ। ਉਹਦੇ 'ਚ ਕੀ ਹੈ ਕਿ ਜਿਸ ਤਰ੍ਹਾਂ ਤੁਹਾਡਾ ਹੁਣ ਬ੍ਰੇਨ ਦਾ ਸਕੈਨ ਹੋਣਾ, ਉਹ ਬਾਹਰ ਤੁਸੀਂ 2000 'ਚ ਕਰਾਓਗੇ, 2500 'ਚ ਕਰਾਓਗੇ, ਸਾਡੇ 550 'ਚ ਹੁੰਦਾ। CT ਸਕੈਨ ਵੀ ਹੁੰਦਾ, MRI ਵੀ ਹੁੰਦਾ, ਡਿਸਟ੍ਰਿਕਟ ਹਸਪੀਟਲ 'ਤੇ ਸ਼ੁਰੂ ਹੋ ਗਿਆ। ਇਹ ਸਾਰਾ ਕੁਛ ਜਿਹੜਾ ਹੈਗਾ ਅਸੀਂ ਬਹੁਤ ਸ਼ਾਰਟ ਪੀਰੀਅਡ ਦੇ ਵਿੱਚ ਅਸੀਂ ਅਚੀਵ ਕੀਤਾ ਹੈਗਾ। ਇਸ ਤੋਂ ਸਿਵਾਏ ਸਾਡੇ ਟੈਲੀਮੈਡੀਸਨ ਹੋ ਗਈ, ਜਿਹੜੇ ਸਾਡੇ ਡਾਕਟਰ ਕੋਈ ਪਿੰਡ 'ਚ ਬੈਠਾ ਹੋਇਆ, ਕਿਤੇ ਹੋਰ ਬੈਠਾ ਹੋਇਆ, ਉਹ ਉੱਥੇ ਬੈਠੇ ਹੋਏ ਜਿਹੜੇ ਸਾਡੇ ਚੰਡੀਗੜ੍ਹ 'ਚ ਡਾਕਟਰ ਬੈਠੇ, ਉਹਨਾਂ ਦੇ ਨਾਲ ਸਾਡਾ ਟਾਈ ਅਪ ਹੈ। ਉਹ ਸਾਰੀ ਪੇਸ਼ੈਂਟ ਦੀ ਹਾਲਤ ਦੱਸ ਕੇ ਵੀ ਆਹ ਕੰਡੀਸ਼ਨ ਹੈ, ਇਹਦੇ 'ਚ ਆਹ ਇਹਦੇ ਟੈਸਟ ਹੈ, ਆਹ ਇਹਦੀ ਰਿਪੋਰਟ ਹੈ, ਮਤਲਬ ਡਾਕਟਰ ਵਾਸਤੇ ਇੱਕ ਸੁਪਰ ਸਪੈਸ਼ਲਿਸਟ ਦੀ ਜਿਹੜੀਆਂ ਸਪੈਸ਼ਲਿਸਟ ਦੀਆਂ ਸਰਵਿਸਿਜ਼ ਹੈ ਉਹ ਪਿੰਡਾਂ ਦੇ ਵਿੱਚ ਵੀ ਉਪਲਬਧ ਹੋ ਗਈਆਂ। ਇਹਨੂੰ ਵੀ ਥੋੜ੍ਹਾ ਜਿਹਾ ਜਿਹੜਾ ਰੈਗੂਲਰਾਈਜ਼ ਹੋਣ ਦੇ ਵਿੱਚ, ਨੈਟਵਰਕਿੰਗ ਇਸ਼ੂ ਨੂੰ ਸੋਲਵ ਕਰਨ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ। ਕਿ ਜਿਹੜੇ ਲੈਬੋਰਟਰੀਜ਼ ਨੇ ਜਾਂ ਟੈਸਟ ਹੋ ਰਹੇ ਨੇ ਜਾਂ ਉੱਥੇ ਦਵਾਈਆਂ ਦੇ ਰਹੇ ਨੇ ਜਾਂ ਡਾਕਟਰ ਉੱਥੇ ਸਹੀ ਕੰਮ ਕਰ ਰਹੇ ਨੇ, ਇਹਦੀ ਕ੍ਰੋਸ ਚੈਕਿੰਗ ਤੁਸੀਂ ਕਰ ਰਹੇ ਹੋ, ਤੁਹਾਡਾ ਵਿਭਾਗ ਕਰ ਰਿਹਾ? ਬਿਲਕੁਲ ਕਰਦੇ ਹਾਂ, ਰੈਗੂਲਰਲੀ ਕਰਦੇ ਹਾਂ। ਰਿਪੋਰਟਾਂ ਤੁਹਾਡੇ ਕੋਲ ਆਉਂਦੀਆਂ, ਉਹਦੇ ਤੇ ਕੋਈ ਤੁਸੀਂ ਐਕਸ਼ਨ ਲੈਂਦੇ? ਉਹਦੇ ਤੇ ਐਕਸ਼ਨ ਲੈਂਦੇ ਹਾਂ, ਬਿਲਕੁਲ ਲੈਂਦੇ ਹਾਂ, ਅਸੀਂ ਐਕਸ਼ਨ ਲੈਂਦੇ ਹਾਂ ਉਹਦੇ 'ਚ। ਅਸੀਂ ਆਮ ਜਿਹੜੇ ਮਤਲਬ ਐਟ ਆਲ ਲੈਵਲਸ, ਡਾਕਟਰਸ ਦੀਆਂ ਵੀ, ਲੈਬੋਰਟਰੀ ਦੀਆਂ ਵੀ ਔਰ ਮੈਡੀਸਨ ਦੀਆਂ ਵੀ। ਮੈਡੀਸਨ ਸਾਡੀ ਸਾਰੀ ਚੈੱਕ ਹੋ ਕੇ ਉੱਥੇ ਜਾਂਦੀ ਹੈ। ਤੁਹਾਨੂੰ ਦੇਖ ਕੇ ਮੈਨੂੰ ਯਾਦ ਆ ਰਿਹਾ ਰਾਜ ਭਵਨ ਦਾ ਉਹ ਦ੍ਰਿਸ਼, ਜਦੋਂ ਤੁਸੀਂ ਸਹੁੰ ਚੁੱਕ ਕੇ ਬਾਹਰ ਆਏ ਤੇ ਉੱਥੇ ਪ੍ਰੈਸ ਦੇ ਸਾਹਮਣੇ ਤੁਸੀਂ ਜਦੋਂ ਪ੍ਰੈਸ ਨੂੰ ਸੰਬੋਧਨ ਕਰ ਰਹੇ ਸੀ, ਇੱਕ ਤਰੀਕੇ ਨਾਲ ਤੁਸੀਂ ਪੰਜਾਬੀਆਂ ਨੂੰ ਦੱਸ ਰਹੇ ਸੀ ਆਪਣੇ ਬਾਰੇ ਤੇ ਆਪਣੇ ਵਿਜ਼ਨ ਬਾਰੇ। ਉਦੋਂ ਤੁਸੀਂ ਨਸ਼ੇ ਦਾ ਮੁੱਦਾ ਸਭ ਤੋਂ ਜ਼ੋਰ ਦੇ ਨਾਲ ਚੁੱਕਿਆ ਸੀਗਾ, ਕਿਉਂਕਿ ਬਹੁਤ ਘੱਟ ਸਿਹਤ ਮੰਤਰੀ ਹੁੰਦੇ ਨੇ ਜਿਹੜੇ ਪਹਿਲੇ ਦਿਨ ਹੀ ਸਹੁੰ ਚੁੱਕਣ ਤੋਂ ਬਾਅਦ ਏਡੇ ਵੱਡੇ ਇਸ਼ੂ ਦੇ ਉੱਤੇ ਖੁੱਲ੍ਹ ਕੇ ਆਪਣੀ ਗੱਲ ਰੱਖਣ। ਤੁਸੀਂ ਉੱਥੇ ਕਿਹਾ ਸੀ ਕਿ ਨਸ਼ਿਆਂ ਦੇ ਵਿੱਚ ਵੀ ਜਿਹੜੇ ਨਸ਼ੇ ਤਸਕਰ ਨੇ ਤੇ ਨਸ਼ੇ ਕਰਨ ਵਾਲੇ ਨੇ, ਉਹਨਾਂ ਨੂੰ ਵੱਖਰਾ ਵੱਖਰਾ ਕਰਨ ਦੀ ਜ਼ਰੂਰਤ ਹੈ। ਤੇ ਉਸ ਦੇ ਵਿੱਚ ਤੁਸੀਂ ਕਿਹਾ ਸੀ ਕਿ ਰਵਾਇਤੀ ਜਿਹੜੀ ਇੱਕ ਨਸ਼ੇ ਸੀਗੇ ਉਹ ਇੰਨੀ ਮਾਰ ਨਹੀਂ ਕਰਦੇ ਸੀ ਜਿੰਨੇ ਅੱਜ ਕੱਲ੍ਹ ਜਿਹੜੇ ਸਿੰਥੈਟਿਕ ਜਾਂ ਫਿਰ ਕੈਮੀਕਲ ਨਸ਼ੇ ਆ ਗਏ ਉਹ ਜ਼ਿਆਦਾਤਰ ਹੋ ਰਿਹਾ ਹੈਗਾ। ਹੁਣ ਕੀ ਪੋਜੀਸ਼ਨ ਹੈ? ਕਿਉਂਕਿ ਪੰਜਾਬ ਦੇ ਵਿੱਚ ਲੋਕ ਆਪ ਮੁਹਾਰੇ ਨਸ਼ਿਆਂ ਨੂੰ ਰੋਕਣ ਦੇ ਲਈ ਉਹ ਉੱਠ ਖੜੇ ਹੋਏ ਨੇ। ਨਸ਼ਿਆਂ ਨੂੰ ਲੈ ਕੇ ਤੁਹਾਡਾ ਵਿਭਾਗ ਕੀ ਸੋਚ ਰਿਹਾ, ਕੀ ਤੁਸੀਂ ਕਰ ਰਹੇ ਹੋ ਕਿ ਇਹ ਨਸ਼ੇ ਵਰਗਾ ਜਿਹੜਾ ਕੋੜ ਹੈ ਇਹਨੂੰ ਖਤਮ ਕੀਤਾ ਜਾ ਸਕਦਾ ਪੰਜਾਬ 'ਚੋਂ? ਹਾਂ, ਬਿਲਕੁਲ ਕੀਤਾ ਜਾ ਸਕਦਾ ਜੀ। ਸਾਡੇ ਮੁੱਖ ਮੰਤਰੀ ਸਾਹਿਬ ਨੇ 1 ਸਾਲ ਦਾ ਸਮਾਂ ਸਾਨੂੰ ਦਿੱਤਾ, ਔਰ ਉਹਦੇ ਵਿੱਚ ਜੋ ਸਾਡੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਸੀ ਉਸ ਹਿਸਾਬ ਨਾਲ ਮੈਂ ਇੱਕ ਬਹੁਤ ਵੱਡਾ ਸੈਮੀਨਾਰ ਕਰਕੇ, ਜਿਹਦੇ 'ਚ ਏਮਸ ਤੋਂ, ਦਿੱਲੀ ਤੋਂ ਡਾਕਟਰ ਅਤੁਲ ਅੰਬੇਡਕਰ, PGI ਦੇ ਡਾਕਟਰ ਔਰ ਸਾਡੇ ਸਾਰੇ ਪੰਜਾਬ ਦੇ ਸੈਕਟਰਿਸਟ ਔਰ ਬਹੁਤ ਸਾਰੇ ਸਪੈਸ਼ਲਿਸਟ ਔਰ NGOs ਦੇ ਬੰਦੇ, ਅਸੀਂ ਇੱਕ ਦਿਨ ਪੂਰਾ ਸੈਸ਼ਨ ਕਰਕੇ ਉਹਦੇ 'ਚ ਅਸੀਂ ਉਹਨੂੰ ਡੀਕ੍ਰਿਮੀਨਲਾਈਜ਼ ਕਰ ਰਹੇ ਹਾਂ। ਡੀਕ੍ਰਿਮੀਨਲਾਈਜ਼ ਦਾ ਮਤਲਬ ਇਹ ਨਹੀਂ ਕਿ ਅਸੀਂ ਲੀਗਲਾਈਜ਼ ਕਰਨ ਜਾ ਰਹੇ ਹਾਂ। ਉਹਦੇ 'ਚ ਡੀਕ੍ਰਿਮੀਨਲਾਈਜ਼ ਦਾ ਮਤਲਬ ਕੀ ਹੈ ਕਿ ਜਿਹੜਾ ਬੰਦਾ ਨਸ਼ਾ ਕਰਦਾ ਉਹ ਇੱਕ ਮਤਲਬ ਮਨੋਰੋਗੀ ਆ, ਉਹ
ਉਹਨੂੰ ਅਸੀਂ ਐਜ਼ ਏ ਪੇਸ਼ੈਂਟ ਟਰੀਟ ਕਰਾਂਗੇ ਜਿਹਦੇ ਕੋਲੇ ਕੰਜ਼ੰਪਸ਼ਨ ਕੁਆਂਟੀਟੀ ਆ, ਥੋੜੀ ਕੁਆਂਟੀਟੀ ਆ ਜਿਹੜੀ ਖਾਣ ਵਾਲਾ ਬੰਦਾ ਹੈ, ਉਹ ਜਿਹਨੂੰ ਆਪਾਂ ਪੰਜਾਬੀ 'ਚ ਅਮਲੀ ਕਹਿ ਦਿੰਦੇ ਆ, ਜਾਂ ਜਿਹੜਾ ਨਸ਼ਾ ਕਰਨ ਵਾਲਾ, ਉਹ ਮੇਰੀ ਰਾਏ ਇਹ ਸੀਗੀ ਔਰ ਸਾਰੇ ਅਸੀਂ ਸਹਿਮਤ ਹੈ ਇਸ ਗੱਲ ਦੇ ਉੱਤੇ, ਸਾਡੀ ਕੰਸੈਂਸਸ ਹੈ ਕਿ ਉਹ ਬੰਦਾ ਜੇਲ੍ਹ ਨਹੀਂ ਜਾਣਾ ਚਾਹੀਦਾ। ਉਹਨੂੰ ਹਸਪਤਾਲ 'ਚ ਭੇਜੋ, ਉਹਦਾ ਅਸੀਂ ਇਲਾਜ ਕਰਾਂਗੇ। ਇਹਦੇ ਵਿੱਚ 4 ਚੀਜ਼ਾਂ ਹੁੰਦੀਆਂ। ਇੱਕ ਹੈਗੀ ਹੈ ਜਿਹੜੀ ਤੁਹਾਡੀ ਸਪਲਾਈ ਰਿਡਕਸ਼ਨ, ਜਿਹੜਾ ਕਿ ਸਿਕਿਉਰਿਟੀ ਫੋਰਸਿਸ ਨਾਲ ਰਿਲੇਟਡ ਹੈ। ਜਿਵੇਂ ਹੁਣ ਤੁਹਾਡੇ ਡਰੋਨ ਤੇ ਆ ਗਿਆ ਨਸ਼ਾ, ਆਪਣੇ ਗੁਜਰਾਤ ਤੋਂ ਆ ਗਿਆ, ਮਹਾਰਾਸ਼ਟਰ ਤੋਂ ਆ ਗਿਆ, ਇਹ ਸਿਕਿਉਰਿਟੀ ਫੋਰਸਿਸ ਦਾ ਕੰਮ ਹੈ, ਉਹ ਕਰਨਗੇ ਔਰ ਬਾਖੂਬੀ ਕਰ ਰਹੇ ਆ। 3 ਕੰਮ ਹੋਰ ਕਰਨੇ ਆ ਇਹਦੇ ਵਿੱਚ। ਇੱਕ ਤਾਂ ਸਟਿਗਮਾ ਰਿਡਕਸ਼ਨ ਹੈ ਜੀ, ਕਿ ਜਦੋਂ ਕਿਸੇ ਤੇ ਅਮਲੀ ਦਾ ਲੇਵਲ ਲੱਗ ਗਿਆ ਲੋਕ ਉਹਨੂੰ ਨਫ਼ਰਤ ਕਰਨ ਲੱਗ ਜਾਂਦੇ ਆ, ਉਹ ਨਫ਼ਰਤ ਨਹੀਂ ਕਰਨੀ, ਉਹਨੂੰ ਮਰੀਜ਼ ਸਮਝਣਾ, ਉਹਨੂੰ ਬਿਮਾਰ ਸਮਝਣਾ। ਤੇ ਦੂਜਾ ਹੈਗਾ ਹਾਰਮ ਰਿਡਕਸ਼ਨ। ਹਾਰਮ ਰਿਡਕਸ਼ਨ ਦਾ ਮਤਲਬ ਹੈ ਜਿਹੜਾ ਬੰਦਾ ਟੀਕਾ ਲਾਉਂਦਾ ਉਹਨੂੰ ਤੁਸੀਂ ਗੋਲੀਆਂ ਤੇ ਲਿਆਓ, ਦੈਟ ਇਜ਼ ਫਸਟ ਸਟੈਪ। ਉਹਦੇ ਨਾਲ ਕੀ ਆ ਕਿ ਮੌਤਾਂ ਹੋਣੀਆਂ ਬੰਦ ਹੋ ਜਾਣਗੀਆਂ। ਇਸ ਤੋਂ ਸਿਵਾਏ ਸਾਡੇ ਕੋਲੇ ਬਹੁਤ ਸਾਰੀਆਂ ਦਵਾਈਆਂ ਹੈਗੀਆਂ ਜਿਹਨੂੰ ਅਸੀਂ ਐਂਟੀਡੋਟ ਕਹਿੰਦੇ ਹਾਂ, ਵੀ ਜੇ ਉਹਨੇ ਗਲਤੀ ਨਾਲ ਟੀਕਾ ਲਾ ਵੀ ਲਿਆ ਤੇ ਜਿਹੜਾ ਐਂਟੀਡੋਟ ਹੈ ਸਾਡੇ ਕੋਲ ਨਲੋਕਸਿਨ ਹੈਗੀ ਆ ਦਵਾਈ, ਉਹ ਹਰ ਥਾਂ ਦੇ ਉੱਤੇ, ਹਰ ਛੋਟੇ ਮੋਟੇ ਵੱਡੇ ਹਸਪਤਾਲ 'ਚ, ਡਿਸਪੈਂਸਰੀਆਂ ਦੇ ਵਿੱਚ ਅਸੀਂ ਅਵੇਲੇਬਲ ਕਰਾ ਰਹੇ ਹਾਂ ਤਾਂ ਕਿ ਮੌਤਾਂ ਹੋਣੀਆਂ ਬੰਦ ਹੋ ਜਾਣ। ਔਰ ਉਹਨਾਂ ਨੂੰ ਅਸੀਂ ਸ਼ਿਫਟ ਕਰ ਰਹੇ ਹਾਂ, ਜਿਹੜੇ ਇੰਜੈਕਟਿੰਗ ਡਰੱਗਸ, ਜਿਹੜੇ ਟੀਕੇ ਲਾਉਂਦੇ ਆ, ਉਹਨਾਂ ਨੂੰ ਗੋਲੀਆਂ ਤੇ ਲੈ ਕੇ ਆ ਰਹੇ ਹਾਂ, ਜਾਂ ਹੋਰ ਸਾਡੇ ਕੋਲ ਕੁਝ ਦਵਾਈਆਂ ਹੈਗੀਆਂ ਉਹਦੇ ਤੇ ਲੈ ਕੇ ਆ ਰਹੇ ਹਾਂ। ਤੇ ਚੌਥਾ ਜਿਹੜਾ ਇਹਦਾ ਜਿਹੜਾ ਮਤਲਬ ਕਿ ਸਭ ਤੋਂ ਜਿਹੜਾ ਇੰਪੋਰਟੈਂਟ ਕੰਪੋਨੈਂਟ ਹੈ ਉਹ ਹੈਗਾ ਕਿ ਅਸੀਂ ਉਹਨਾਂ ਦੀ ਰੀਹੈਬਲੀਟੇਸ਼ਨ ਕਰਨੀ ਆ। ਉਸ ਬੰਦੇ ਨੂੰ ਨਸ਼ਿਆਂ ਤੋਂ ਹਟਾ ਕੇ ਉਹਨੂੰ ਅਸੀਂ ਜਿਹੜੇ ਸਾਡੇ ਜਿੰਨੇ ਸਾਡੇ ਡੀ ਐਡਿਕਸ਼ਨ ਤੇ ਰੀਹੈਬ ਸੈਂਟਰ ਆ ਗਵਰਨਮੈਂਟ ਦੇ ਵਿੱਚ, ਅਸੀਂ ਉਹਨਾਂ ਨੂੰ ਅਪਗ੍ਰੇਡ ਕਰਕੇ ਉੱਥੇ ਬਹੁਤ ਸਾਰੀਆਂ ਨਵੇਂ ਅਸੀਂ ਕਨਸੈਪਟ ਲੈ ਕੇ ਆ ਰਹੇ ਹਾਂ। ਇੱਕ ਡਿਫਰੈਂਟ ਅਲੱਗ-ਅਲੱਗ ਡਿਪਾਰਟਮੈਂਟ, ਮਲਟੀ ਡਿਸਪਲਿਨਰੀ ਅਪਰੋਚ ਅਸੀਂ ਇਹਨੂੰ ਕਹਿ ਦਿੰਦੇ ਹਾਂ। ਸਾਰੇ ਡਿਪਾਰਟਮੈਂਟਸ ਨੇ ਇਕੱਠੇ ਹੋ ਕੇ ਕਰਨਾ ਕਿ ਉੱਥੇ ਜਿਹੜੇ ਬੰਦੇ ਆ, ਜਿਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਯੋਗਾ ਸ਼ੁਰੂ ਕੀਤਾ ਲੋਕਾਂ ਨੂੰ ਪ੍ਰੀਵੈਂਸ਼ਨ ਆਫ ਡਿਜ਼ੀਜ਼ ਵਾਸਤੇ, ਉਹਨਾਂ ਨੂੰ ਯੋਗਾ ਕਮ ਮੈਡੀਟੇਸ਼ਨ ਸਭ ਤੋਂ ਪਹਿਲਾਂ ਕਰਾਈ ਜਾਏਗੀ। ਫਿਰ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ 4, 5, 6 ਘੰਟੇ ਕੋਈ ਨਾ ਕੋਈ ਕੰਮ ਸਿਖਾਇਆ ਜਾਏਗਾ। ਹਰ ਇੱਕ ਜਿਹੜਾ ਬੰਦਾ ਨਸ਼ਾ ਕਰਨ ਵਾਲੇ ਨੂੰ ਪੁੱਛਾਂਗੇ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ, ਕੋਈ ਰੈਫਰੀਜਰੇਟਰ ਦਾ, ਕੋਈ ਫ੍ਰਿਜ ਦਾ, ਕੋਈ ਟਰੈਕਟਰ ਮਕੈਨਿਕ ਦਾ, ਜਾਂ ਕੋਈ ਵੀ ਜਿਹੜਾ ਵੀ ਤੁਸੀਂ ਕੋਈ ਖੇਤੀਬਾੜੀ ਦਾ ਕੋਈ ਕੋਰਸ ਕਰਨਾ ਚਾਹੁੰਦੇ ਹੋ, ਉਹ ਵਾਲੇ ਕੋਰਸਿਸ ਕਰਾਵਾਂਗੇ ਉਹਨਾਂ ਨੂੰ। ਉਸ ਤੋਂ ਬਾਅਦ ਜਿਹੜਾ ਸਾਡਾ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਐਂਡ ਜਸਟਿਸ ਹੈ, ਉਹਨੂੰ ਅਸੀਂ ਇੰਪਾਵਰ ਕਰਨ ਵਾਸਤੇ ਉਹਨਾਂ ਨੂੰ ਕੋਈ ਨਾ ਕੋਈ ਮੁਦਰਾ ਸਕੀਮ ਦੇ ਵਿੱਚ ਲੋਨ ਦੇ ਕੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸ਼ੁਰੂ ਕਰਾਵਾਂਗੇ। ਸੋ ਇਹ ਇੱਕ ਕੰਪਰੀਹੈਂਸਿਵ ਪਲਾਨ ਹੋਏਗੀ ਜਿਹੜੇ ਸਾਡੇ ਇੱਕ ਤਾਂ ਉਹਦੇ ਨਾਲ ਸਾਨੂੰ ਬਹੁਤ ਸਾਰੇ ਫਾਇਦੇ ਹੋਣਗੇ। ਇੱਕ ਤਾਂ ਜਿਹੜਾ ਬੰਦਾ ਨਸ਼ਾ ਕਰਦਾ ਹੈ ਉਹਨੂੰ ਅਸੀਂ 1, 2, 3 ਚਾਂਸ ਦੇਵਾਂਗੇ। ਜੇ ਉਹ ਬੰਦਾ ਨਹੀਂ ਸੁਧਰੇਗਾ, ਕੋਈ ਕ੍ਰਾਈਮ ਕਰੇਗਾ, ਫਿਰ ਉਹ ਜੇਲ੍ਹ 'ਚ ਜਾਏਗਾ, ਅਦਰਵਾਈਜ਼ ਉਹ ਜੇਲ੍ਹ ਨਹੀਂ ਜਾਣਗੇ, ਜੇਲ੍ਹਾਂ ਡੀਕੰਜੈਸਟ ਹੋ ਜਾਣਗੀਆਂ। ਔਰ ਉਹਦੇ ਨਾਲ ਜਿਹੜਾ ਹੈਗਾ ਵੀ ਜਿਹੜੇ ਜੇਲ੍ਹਾਂ ਦੇ ਵਿੱਚ ਹਾਰਡਕੋਰ ਕ੍ਰਿਮੀਨਲ ਬੈਠੇ ਆ ਉਹਨਾਂ ਨੂੰ ਕੈਡਰ ਮਿਲਣਾ ਬੰਦ ਹੋ ਜਾਏਗਾ। ਆਪਣੀ ਜੁਡੀਸ਼ਰੀ ਦੇ ਵਿੱਚ ਵੀ ਲੋਡ ਘਟੇਗਾ, ਪੁਲਿਸ ਕੋਲ ਲੋਡ ਘਟੇਗਾ, ਪੁਲਿਸ ਆਪਣੇ ਹੋਰ ਜਿਹੜੇ ਕ੍ਰਾਈਮ ਹੈ ਉਹਦੇ ਨਾਲ ਡੀਲ ਕਰ ਸਕੇਗੀ। ਸੋ ਜਿਹੜਾ ਸਾਡਾ ਮੈਡੀਕਲ ਸਟਾਫ ਹੈ, ਅਸੀਂ ਉਹਦੇ ਵਿੱਚ ਨਵੇਂ ਸਟਾਫ ਰੱਖ ਰਹੇ ਹਾਂ, ਜਿਸ ਤਰ੍ਹਾਂ ਅਸੀਂ ਬਾਕੀ ਦਾ ਸਟਾਫ ਮੈਡੀਕਲ ਰੱਖਿਆ, ਸਾਈਕੋਲੋਜਿਸਟ ਰੱਖ ਰਹੇ ਹਾਂ, ਕਾਉਂਸਲਰਸ ਰੱਖ ਰਹੇ ਹਾਂ, ਸਿਕਿਉਰਿਟੀ ਨੂੰ ਸਟਰੈਂਥਨ ਕਰ ਰਹੇ ਹਾਂ। ਜਿਹੜੇ ਸੈਕੈਟਰਿਸਟ ਹੈ, ਅਸੀਂ ਪਿੱਛੇ ਰੀਸੈਂਟਲੀ ਇੱਕ ਜੇਲ੍ਹਾਂ ਦਾ ਸਰਵੇ ਕੀਤਾ, ਜਿਹੜੇ ਜੇਲ੍ਹਾਂ ਦੇ ਵਿੱਚ ਬੰਦੇ ਬੰਦ ਸੀ ਉਹਨਾਂ ਦਾ ਅਸੀਂ 100% ਟੈਸਟ ਕੀਤਾ ਜੀ, HIV ਏਡਸ ਵਾਸਤੇ, ਕਾਲੇ ਪੀਲੀਏ ਵਾਸਤੇ, ਹੈਪਾਟਾਈਟਸ B ਐਂਡ C ਵਾਸਤੇ, ਔਰ ਜਿਹੜੇ ਸੈਕਸ਼ੂਅਲੀ ਟ੍ਰਾਂਸਮਿਟ ਡਿਜ਼ੀਜ਼ ਤੇ ਟਿਊਬਰਕਲੋਸਿਸ, ਤੇ ਸਾਰਿਆਂ ਨੂੰ ਟੈਸਟ ਕਰਕੇ ਅਸੀਂ ਜਿੰਨੇ ਬੰਦੇ ਵਿੱਚ ਵੀ ਬਿਮਾਰੀ ਸੀ ਉਹਨਾਂ ਨੂੰ ਸਾਰਿਆਂ ਨੂੰ ਦਵਾਈ ਦੇ ਇਲਾਜ ਦੇ ਉੱਤੇ ਅਸੀਂ ਪਾਤਾ। ਉਹਦੇ ਬਹੁਤ ਅੱਛੇ ਨਤੀਜੇ ਆ, ਬਹੁਤ ਪੋਜ਼ਿਟਿਵ ਹੈ, ਔਰ ਉਹਨਾਂ ਦੀਆਂ ਕਾਉਂਸਲਿੰਗ ਸਰਵਿਸਿਜ਼ ਸ਼ੁਰੂ ਕਰਤੀਆਂ। ਉਹਦੇ ਨਾਲ ਜਿਹੜਾ ਬੰਦਾ 4 ਗੋਲੀਆਂ ਲੈਂਦਾ ਸੀ ਉਹ 2 ਗੋਲੀਆਂ ਤੇ ਆ ਗਿਆ। ਸੋ ਸਾਡਾ ਉਹਦੇ ਨਾਲ ਸਾਨੂੰ ਖਰਚਾ ਵੀ ਬਚੇਗਾ ਔਰ ਲੋਕਾਂ ਦੀ ਸਿਹਤ ਵੀ ਠੀਕ ਹੋਏਗੀ, ਲੋਕ ਕੰਮ ਨਾਲ ਜੁੜਨਗੇ। ਤੁਸੀਂ ਬੁੱਲੇ ਸ਼ਾਹ ਨੇ ਕਿਹਾ ਸੀ ਮਨ ਦਾ ਕੀ ਸਮਝਾਉਣਾ, ਇੱਧਰੋਂ ਪੁੱਟਣਾ ਤੇ ਇੱਧਰੋਂ ਲਾਉਣਾ। ਜਿਹਦਾ ਮਨ ਡਰੱਗਸ ਨਾਲ ਲੱਗਿਆ ਹੋਇਆ ਉਹਨੂੰ ਕਿਸੇ ਮਕਸਦ ਦੇ ਨਾਲ ਜੋੜ ਦਿਓ ਤੁਸੀਂ। ਬੰਦਾ ਕੋਈ ਆਪਣਾ ਕੰਮ ਕਰਨ ਲੱਗ ਜਾਏ, ਕੋਈ ਪ੍ਰੋਡਕਟਿਵ ਲਾਈਫ ਲੀਡ ਕਰਨ ਲੱਗ ਜਾਏ ਤਾਂ ਉਹ ਨਸ਼ਿਆਂ ਤੋਂ ਦੂਰ ਹੋ ਜਾਏਗਾ। ਸੋ ਇਹ ਸਟ੍ਰੈਟਜੀ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਹੁਤ ਅੱਛੇ ਰਿਜ਼ਲਟ ਨਜ਼ਰ ਆਉਣਗੇ। ਪਰ ਮੰਤਰੀ ਸਾਹਿਬ, ਇਹਦੇ ਨਾਲ ਹੀ ਜੁੜਿਆ ਸਵਾਲ ਹੈ, ਬਹੁਤ ਸਾਰੇ ਲੋਕ ਨਸ਼ਾ ਛੱਡ ਦਿੰਦੇ ਨੇ, ਉਹਨਾਂ ਦਾ ਇਲਾਜ ਹੋ ਜਾਂਦਾ ਹੈ, ਪਰ ਉਸ ਤੋਂ ਬਾਅਦ ਜਦੋਂ ਫਿਰ ਉਹ ਮੁੱਖ ਧਾਰਾ ਦੇ ਵਿੱਚ ਜਾਂਦੇ ਨੇ, ਸਮਾਜ ਦੇ ਵਿੱਚ ਜਾਂਦੇ ਨੇ, ਤਾਂ ਫਿਰ ਬਹੁਤ ਵਾਰੀ ਇਹ ਕੇਸਾਂ 'ਚ ਦੇਖਿਆ ਗਿਆ ਕਿ ਉਹ ਦੁਬਾਰਾ ਫਿਰ ਨਸ਼ਾ ਕਰਨ ਲੱਗ ਗਏ। ਇਹ ਤੁਸੀਂ ਕਿਵੇਂ ਕਰੋਗੇ ਫਿਰ? ਉਹ ਫਿਰ ਜਾਣਾ ਤਾਂ ਫਿਰ ਉਸੇ ਸਮਾਜ 'ਚ ਨਸ਼ਾ ਫਿਰ ਉੱਥੇ ਹੀ ਹੈ। ਇਹ ਤੁਹਾਡਾ ਸਵਾਲ ਬਹੁਤ ਇੰਪੋਰਟੈਂਟ ਹੈ, ਮੈਂ ਇਹਨੂੰ ਸਮਝਣ ਦੀ ਲੋੜ ਹੈ, ਔਰ ਮੈਂ ਤੁਹਾਡੇ ਚੈਨਲ ਦੇ ਥਰੂ ਲੋਕਾਂ ਨੂੰ ਬੇਨਤੀ ਵੀ ਕਰਦਾ, ਇੱਥੇ ਰੋਲ ਆਉਂਦਾ ਕਮਿਊਨਿਟੀ ਪਾਰਟਿਸਿਪੇਸ਼ਨ ਦਾ, ਕਮਿਊਨਿਟੀ ਲੀਡਰਸ ਦਾ, ਪਿੰਡ ਦੇ ਬੰਦਿਆਂ ਦਾ। ਤੁਸੀਂ ਮੈਂ ਸਾਰਿਆਂ ਨੂੰ, ਸਰਪੰਚ, ਆਪਣੇ ਜਿੰਨੇ ਵੀ ਭੈਣਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਪਿੰਡ ਦੇ ਸੁਲਝੇ ਹੋਏ ਬੰਦੇ ਆ, ਜਿਹੜੇ ਚਾਹੁੰਦੇ ਸਾਡਾ ਪਿੰਡ ਨਸ਼ਾ ਮੁਕਤ ਹੋਵੇ, ਨੌਜਵਾਨਾਂ ਨੂੰ ਔਰ ਖਾਸ ਤੌਰ 'ਤੇ ਔਰਤਾਂ ਨੂੰ, ਕਿਉਂਕਿ ਇੱਕ ਨਸ਼ੇੜੀ ਦੇ ਨਾਲ ਉਹਦੀ ਮਾਂ, ਉਹਦੀ ਭੈਣ, ਉਹਦੀ ਬੇਟੀ, ਉਹਦੀ ਮਤਲਬ ਕੋਈ ਨਾ ਕੋਈ ਜਿਹੜੇ ਘਰ ਵਾਲੀ, ਮਤਲਬ 4 ਔਰਤਾਂ ਜਾਂ ਉਹਦੇ ਨਾਲ 3-4 ਪਰਿਵਾਰ ਜੁੜੇ ਹੁੰਦੇ ਆ, ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ, ਔਰਤਾਂ ਨੂੰ ਕਹਿੰਦਾ ਕਿ ਤੁਸੀਂ ਅੱਗੇ ਆਓ। ਠੀਕ ਹੈ ਜੀ। ਮੈਂ ਰੱਖੜੀ 'ਤੇ ਵੀ ਸ਼ੁਰੂਆਤ ਕੀਤਾ ਕਿ ਪਹਿਲਾਂ ਜਿਹੜੀਆਂ ਸੀਗੀਆਂ ਉਹ ਭੈਣ ਰੱਖੜੀ ਬੰਨ੍ਹਦੀ ਸੀ ਵੀ ਭਰਾ ਨੂੰ ਤੂੰ ਮੇਰਾ ਬਚਾਅ ਕਰਨਾ, ਹੁਣ ਉਲਟਾ ਕੰਮ ਹੋ ਗਿਆ, ਹੁਣ ਉਹ ਭਰਾ ਨੂੰ ਕਹਿੰਦੀ ਮੈਂ ਤੇਰੀ ਰੱਖਿਆ ਕਰੂੰਗੀ ਮਾਰੋ ਨੇ। ਅਤੇ ਇਹ ਆਪਣਾ ਹਰ ਪਿੰਡ ਦੇ ਵਿੱਚ, ਮਹੱਲੇ ਦੇ ਵਿੱਚ ਸਾਨੂੰ ਕਮਿਊਨਿਟੀ ਨੂੰ ਅੱਗੇ ਆਉਣ ਦੀ ਲੋੜ ਹੈ ਜੀ। ਉਹਨਾਂ ਨੂੰ ਨਫ਼ਰਤ ਨਹੀਂ ਕਰਨੀ, ਉਹਨਾਂ ਨੂੰ ਮਰੀਜ਼ ਸਮਝਣਾ, ਉਹਨਾਂ ਨੂੰ ਸਾਡੇ ਕੋਲ ਲਿਆਓ ਫੜ ਕੇ। ਸਾਡੇ ਕੋਲ ਅਸੀਂ ਹਸਪਤਾਲ ਬਣਾ ਲਏ, ਅਸੀਂ ਦਵਾਈਆਂ ਅਰੇਂਜ ਕਰ ਲਈਆਂ, ਸਟਾਫ ਅਰੇਂਜ ਕਰ ਲਿਆ, ਪਰ ਅਸੀਂ ਇਕੱਲੇ ਬੰਦੇ ਤੱਕ ਸਾਨੂੰ
ਹਸਪਤਾਲ 'ਚ ਬੈਠੇ ਨੂੰ ਨਹੀਂ ਪਤਾ ਵੀ ਕਿਹੜਾ ਬੰਦਾ ਟੀਕਾ ਲਾਉਂਦਾ, ਲੇਕਿਨ ਪਿੰਡ ਵਾਲਿਆਂ ਨੂੰ ਤਾਂ ਪਤਾ ਹੈ ਨਾ ਜੀ। ਉਹਨੂੰ ਪਰਸੂਏਟ ਕਰੋ, ਸਮਝਾ ਬੁਝਾ ਕੇ ਸਾਡੇ ਕੋਲ ਹਸਪਤਾਲ 'ਚ ਲਿਆਓ। ਅਸੀਂ ਤੁਹਾਡਾ ਬੱਚਾ ਜਿਹੜਾ ਅੱਜ ਟੀਕੇ ਲਾਉਂਦਾ, ਉਹਨੂੰ ਅਸੀਂ ਬਹੁਤ ਜਲਦੀ ਉਹਨੂੰ ਕੋਈ ਨਾ ਕੋਈ ਕੰਮ ਸਿਖਾ ਕੇ, ਟੀਕੇ ਛੁਡਾ ਕੇ, ਦਵਾਈ 'ਤੇ ਪਾ ਕੇ, ਔਰ ਉਹਨੂੰ ਅਸੀਂ ਤੁਹਾਡੇ ਕੋਲੇ ਭੇਜ ਦਾਂਗੇ। ਫਿਰ ਉਹਨੂੰ ਅਸੀਂ ਮੋਟੀਵੇਟ ਕਰਕੇ ਉਹਨੂੰ ਕਹਾਂਗੇ ਕਿ ਹੁਣ ਤੂੰ ਡੀਟੌਕਸ ਕਰ, ਤੂੰ ਛੱਡ ਹੀ ਦੇ ਨਸ਼ਾ ਹੁਣ। ਫਿਰ ਉਹਨੂੰ ਅਸੀਂ ਦੁਬਾਰਾ ਆਪਣੇ ਕੋਲ ਲਿਆ ਕੇ ਦੁਬਾਰਾ ਉਹਨੂੰ ਸਾਰਾ ਸਮਝਾ ਬੁਝਾ ਕੇ ਉਹਨੂੰ ਅਸੀਂ ਨਸ਼ਾ ਵੀ ਛੁਡਾ ਦਾਂਗੇ। ਇਸ ਵੇਲੇ ਕਮਿਊਨਿਟੀ ਨੂੰ ਅੱਗੇ ਆਉਣ ਦੀ ਲੋੜ ਹੈ, ਲੋਕਾਂ ਨੂੰ ਅੱਗੇ ਲਾਉਣ ਦੀ ਲੋੜ ਹੈ। ਲੋਕਾਂ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਤੁਸੀਂ ਨਾ ਝਗੜੇ 'ਚ ਨਾ ਪਾਓ, ਕੁਛ ਨਾ ਕਰੋ। ਤੁਸੀਂ ਸਿਰਫ ਇੱਕ ਜਿਹੜੇ ਨਸ਼ੇੜੀ ਫੜ ਕੇ ਉਹਨਾਂ ਨੂੰ ਸਾਡੇ ਕੋਲ ਲਿਆਓ, ਉਹਦੇ ਨਤੀਜੇ ਬਿਹਤਰ ਹੋਣਗੇ। ਤੁਸੀਂ ਪਿੰਡ ਦੇ ਵਿੱਚ ਕਿਸੇ ਨੂੰ ਫੜ ਕੇ ਕੁੱਟੋਗੇ, ਕੁਛ ਹੋਰ ਕਰੋਗੇ, ਉਹਦੇ ਨਾਲ ਕੁਛ ਅਚੀਵ ਨਹੀਂ ਹੋਣਾ। ਠੀਕ ਹੈ ਜੀ। ਉਹਨਾਂ ਨੂੰ ਨਫ਼ਰਤ ਨਹੀਂ ਕਰਨੀ, ਉਹਨਾਂ ਨੂੰ ਸਾਡੇ ਕੋਲ ਲਿਆਓ। ਹੈਲਥ ਡਿਪਾਰਟਮੈਂਟ ਤਿਆਰ ਹੈ। ਤੁਸੀਂ ਆਪਣੇ ਕਿਸੇ ਵੀ ਨੇੜੇ ਦੇ ਸਿਹਤ ਕੇਂਦਰ ਦੇ ਵਿੱਚ ਜਾਂ ਸਿਵਲ ਸਰਜਨ ਦੇ ਵਿੱਚ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਔਰ ਅਸੀਂ ਤੁਹਾਨੂੰ ਇਸ ਗੱਲ ਦੀ ਗਰੰਟੀ ਦਿੰਦੇ ਹਾਂ ਮਾਨ ਸਰਕਾਰ ਵੱਲੋਂ ਕਿ ਅਸੀਂ ਉਹਨਾਂ ਦਾ ਇਲਾਜ ਕਰਕੇ ਉਹਨਾਂ ਨੂੰ ਬਿਹਤਰ ਇਨਸਾਨ ਬਣ ਕੇ ਉਹਨਾਂ ਨੂੰ ਇੱਕ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਦਾ ਮੌਕਾ ਦਿਆਂਗੇ। ਮੰਤਰੀ ਸਾਹਿਬ, ਬਹੁਤ ਸਾਰੇ ਲੀਡਰ ਤੇ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਇਹ ਮੁੱਦਾ ਲਗਾਤਾਰ ਚੁੱਕਦੇ ਨੇ, ਕਿਉਂਕਿ ਲੀਡਰ ਦਾ ਮੈਂ ਜ਼ਿਕਰ ਕੀਤਾ, ਬਹੁਤ ਸਾਰੇ ਲੀਡਰ ਨੇ ਉਹਦੇ ਵਿੱਚ। ਉਹ ਕਹਿੰਦੇ ਕਿ ਪੰਜਾਬ ਨੂੰ ਮਾਰਿਆ ਇਹਨਾਂ ਨਵੇਂ ਨਸ਼ਿਆਂ ਨੇ। ਰਵਾਇਤੀ ਨਸ਼ੇ ਹੁੰਦੇ ਸੀਗੇ, ਉਹ ਇੰਨਾ ਮਾਰ ਨਹੀਂ ਕਰਦੇ ਸੀ। ਅਫੀਮ ਦੀ ਖੇਤੀ ਦਾ ਜ਼ਿਕਰ ਹੁੰਦਾ, ਬਹੁਤ ਸਾਰੇ ਲੋਕ ਵਕਾਲਤ ਕਰਦੇ ਨੇ, ਬਹੁਤ ਸਾਰੇ ਲੋਕ ਇਹਦੀ ਖਿਲਾਫਤ ਕਰਦੇ ਨੇ। ਤੁਸੀਂ ਬੜੇ ਸੂਝਵਾਨ ਹੋ ਤੇ ਇਸ ਮਹਿਕਮੇ ਨੂੰ ਤੁਸੀਂ ਡੀਲ ਕਰਦੇ ਹੋ, ਮਹਿਕਮੇ ਦੇ ਹੈੱਡ ਹੋ, ਤੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਕਿਵੇਂ ਸਮਝਾਉਣਾ ਚਾਹੋਗੇ ਕਿ ਅਫੀਮ ਦੀ ਖੇਤੀ ਕੋਈ ਵਿਕਲਪ ਹੈ ਜਾਂ ਨਹੀਂ? ਕਿਉਂਕਿ ਬਹੁਤ ਸਾਰੇ ਲੋਕ ਇਹ ਸਵਾਲ ਪੁੱਛਦੇ ਨੇ ਤੇ ਸਾਡਾ ਜ਼ਿੰਮੇਵਾਰੀ ਬਣਦੀ ਹੈ ਕਿ ਤੁਹਾਡੇ ਤੋਂ ਇਹਦਾ ਜਵਾਬ ਜ਼ਰੂਰ ਮੰਗੀਏ। ਜੀ, ਬਹੁਤ ਅੱਛੀ ਗੱਲ ਹੈ ਜੀ। ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਇਹ ਜਦੋਂ ਆਪਾਂ ਕੋਈ ਵੀ ਸਟੈਪ ਲੈਂਦੇ ਹਾਂ, ਆਪਾਂ ਪਹਿਲਾਂ ਦੇਖਦੇ ਹਾਂ ਵੀ ਇਹ ਕਿਤੇ ਹੋਰ ਹੋਇਆ, ਉੱਥੇ ਕੀ ਨਤੀਜੇ ਆਏ। ਜੇ ਮੈਂ ਪੁਰਾਣੀ ਗੱਲ ਕਰਾਂ ਤਾਂ ਚਾਈਨਾ ਦੀ, ਜਿਹਦੇ 'ਚ ਪੰਨੂ ਸਾਹਿਬ ਵੀ ਅਕਸਰ ਉਹਦਾ ਜ਼ਿਕਰ ਕਰਦੇ ਆ, ਜਿਹੜੇ ਓਪੀਅਮ ਵਾਰ ਜਿਹਨੂੰ ਕਹਿੰਦੇ ਆ, 2 ਹੋਈਆਂ ਉੱਥੇ। ਉਹਦੇ 'ਚ ਕੀ ਸੀਗਾ ਕਿ ਮਿਲਟਰੀਲੀ ਜਿਹੜੀ ਸੀ ਬ੍ਰਿਟਿਸ਼ ਗੌਰਮੈਂਟ ਜਾਂ ਜਿਹੜੇ ਫਰਾਂਸ ਵਾਲੇ ਸੀ, ਇਹ ਚਾਈਨਾ ਨੂੰ ਹਰਾ ਨਹੀਂ ਸਕਦੇ ਸੀ। ਇਹਨਾਂ ਨੇ ਸਾਡੇ ਹੀ ਬੰਗਾਲ ਦੇ ਵਿੱਚ, ਨਾਰਥ ਈਸਟ ਦੇ ਵਿੱਚ ਇਹਨਾਂ ਨੇ ਓਪੀਅਮ ਦੀ ਖੇਤੀ ਸ਼ੁਰੂ ਕੀਤੀ, ਫੀਮ ਦੀ ਖੇਤੀ ਸ਼ੁਰੂ ਕੀਤੀ, ਔਰ ਇਹਨਾਂ ਨੇ ਚਾਈਨਾ ਦੇ ਪਿੰਡਾਂ ਨੂੰ, ਮਹੱਲਿਆਂ ਨੂੰ ਨਸ਼ੇ ਨਾਲ ਭਰ ਦਿੱਤਾ। ਉਸ ਤੋਂ ਬਾਅਦ ਇਹ ਚਾਈਨਾ ਨੂੰ ਇਹਨਾਂ ਨੇ ਹਰਾਇਆ ਵੀ ਜੀ। ਲੇਕਿਨ ਇਸ ਤੋਂ ਬਾਅਦ ਜਿਹੜੀ ਰੀਸੈਂਟ ਤੁਹਾਨੂੰ ਮੈਂ ਐਗਜ਼ਾਮਪਲ ਦੇਵਾਂ, ਕੈਨੇਡਾ ਦੇ ਵਿੱਚ ਹੈ, ਜਿਵੇਂ ਸਾਡੇ ਭੰਗ ਹੈ ਇੱਥੇ, ਆਪਣੇ ਵੀ ਭੰਗ ਅਲਾਉਡ ਹੈ ਜੀ ਥਾਂ ਦੇ ਪਿੰਡਾਂ ਦੇ ਵਿੱਚ। ਬਿਲਕੁਲ ਠੀਕ। ਉੱਥੇ ਉਹਨੂੰ ਮੈਰੀਜੁਆਨਾ ਕਹਿੰਦੇ ਅੰਗਰੇਜ਼ੀ 'ਚ, ਉਹਨੂੰ ਮੈਰੀਜੁਆਨਾ ਦੀਆਂ ਉਹਨਾਂ ਨੇ ਸਟੋਰ ਖੋਲ੍ਹ ਦਿੱਤੇ। ਉਸ ਤੋਂ ਬਾਅਦ ਕੀ ਹੋਇਆ ਕਿ ਸਕੂਲਾਂ ਦੇ ਬੱਚੇ, ਕਾਲਜਾਂ ਦੇ ਬੱਚੇ, ਮੈਰੀਜੁਆਨਾ ਦੀ ਜਿਹੜੀ ਕੰਜ਼ੰਪਸ਼ਨ ਹੈ ਬਹੁਤ ਜ਼ਿਆਦਾ ਵੱਧ ਗਈ। ਉਹਦੇ ਨਾਲ ਬਿਮਾਰੀ ਫੈਲ ਗਈ, ਹੋਰ ਫੈਲ ਗਈ। ਆਪਣੇ ਮੈਂ ਤੁਹਾਨੂੰ ਇੱਕ ਰੀਸੈਂਟ ਐਗਜ਼ਾਮਪਲ ਦਿੰਦਾ ਕਿ ਈ ਸਿਗਰਟ ਆ ਗਈ, ਆਪਣੇ ਬੰਦੇ ਪਾਗਲ ਹੋ ਗਏ। ਹੁੱਕਾ ਬਾਰਸ ਆ ਗਈਆਂ, ਚੰਗੇ ਭਲੇ ਘਰਾਂ ਦੇ ਬੱਚੇ ਹੁੱਕਾ ਬਾਰ ਸਾਨੂੰ ਬੈਨ ਕਰਨੀਆਂ ਪਈਆਂ। ਹੁਣ ਪੰਜਾਬ 'ਚ ਦੋਨੋਂ ਚੀਜ਼ਾਂ ਬੈਨ ਕਰਨੀਆਂ ਪਈਆਂ। ਜੇ ਅਸੀਂ ਉਹਨੂੰ ਲੀਗਲਾਈਜ਼ ਕਰ ਦਾਂਗੇ ਤਾਂ ਡਰੱਗ ਐਡਿਕਸ਼ਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਏਗੀ। ਪਹਿਲਾਂ ਰਾਜਸਥਾਨ 'ਚ ਠੇਕੇ ਹੁੰਦੇ ਸੀਗੇ, ਉਹਨਾਂ ਨੂੰ ਬੰਦ ਕਰਨੇ ਪਏ। ਉਹ ਹੱਲ ਨਹੀਂ ਹੈ। ਉਹਦਾ ਅਸਲੀ ਹੱਲ ਉਹਦਾ ਇਹੀ ਹੈ ਕਿ ਜਿਹੜੀ ਮਤਲਬ ਇੱਕ ਇੰਟੈਗਰੇਟਿਡ ਅਪਰੋਚ ਹੈ, ਸਾਰੇ ਜਣੇ ਇਕੱਠੇ ਹੋ ਕੇ ਅਸੀਂ ਹਮਲਾ ਮਾਰੀਏ। ਉਹਦਾ ਅਸਲੀ ਹੱਲ ਇਹੀ ਹੈ ਕਿ ਲੋਕਾਂ ਨੂੰ ਨਸ਼ੇ ਛੁਡਾਏ ਜਾਣ ਅਤੇ ਉਹਨਾਂ ਨੂੰ ਬੇਸਿਕਲੀ ਉਹਦੇ ਕਾਰਨ ਕੀ ਆ, ਉਹਨੂੰ ਆਪਾਂ ਨੂੰ ਆਈਡੈਂਟੀਫਾਈ ਕਰਨੇ ਪੈਣਗੇ। ਬੇਰੁਜ਼ਗਾਰੀ ਹੈ ਜੀ, ਜਿਹੜੇ ਮਰਾਈਟਲ ਜਿਹੜੇ ਘਰਾਂ ਦੇ, ਉਹਨਾਂ ਦੇ ਫੈਮਿਲੀ ਡਿਸਪਿਊਟਸ ਹੈ, ਲੈਂਡ ਡਿਸਪਿਊਟਸ ਹੈ, ਕੋਈ ਨਾ ਕੋਈ ਕਿਸੇ ਬੰਦੇ ਨੂੰ ਸਟ੍ਰੈਸ ਹੈ, ਕੋਈ ਮਤਲਬ ਜਾਂ ਕੋਈ ਡੈਟ ਹੈ ਉਹਦੇ 'ਤੇ, ਕੋਈ ਕਰਜ਼ਾ ਹੈਗਾ ਉਹਦੇ 'ਤੇ, ਜਿਹੜਾ ਮਤਲਬ ਉਹਦੇ ਨਾਲ ਉਹਦੇ ਇਹੋ ਜਿਹੇ ਸਰਕਮਸਟੈਂਸਿਸ ਬਣ ਗਏ ਜਿਹਨੂੰ ਉਹ ਫੇਸ ਨਹੀਂ ਕਰ ਸਕਦਾ, ਉਹਨੂੰ ਸਮਝ ਨਹੀਂ ਆਉਂਦੀ। ਮਤਲਬ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ। ਸੋ ਇਹਦਾ ਮਤਲਬ ਓਪੀਅਮ ਦੀ ਖੇਤੀ ਕਰਨਾ ਕੋਈ ਹੱਲ ਨਹੀਂ ਹੈ ਇਹਦਾ। ਇਹ ਹਰ ਜਗ੍ਹਾ 'ਤੇ ਜਿੱਥੇ ਵੀ ਟਰਾਈ ਕੀਤਾ ਗਿਆ ਫੇਲ ਹੋਇਆ ਹੈ। ਔਰ ਇਹਦਾ ਇੱਕੋ ਹੀ ਜਿਹੜਾ ਹੁਣ ਤੱਕ ਕਾਮਯਾਬ ਹੋਇਆ ਉਹ ਇਹੀ ਹੈ ਕਿ ਲੋਕਾਂ ਨੂੰ ਕਿਸੇ ਹੋਰ ਮਕਸਦ ਨਾਲ ਜੋੜਿਆ ਜਾਵੇ। ਕਮਿਊਨਿਟੀ ਪਾਰਟੀਸਪੇਸ਼ਨ ਇਹਦਾ ਹੱਲ ਹੈ। ਲੋਕਾਂ ਦੀ ਪਾਰਟੀਸਪੇਸ਼ਨ ਹੋਵੇ। ਔਰ ਤੁਹਾਡੇ ਕੋਲ ਇੱਕ ਬਹੁਤ ਵਧੀਆ ਜੋ ਅਸੀਂ ਕਰਨ ਜਾ ਰਹੇ ਹਾਂ, ਉਹਦੇ ਆਈਡੀਅਲ ਇੱਕ ਜਿਹੜੇ ਟ੍ਰੀਟਮੈਂਟ ਸੈਂਟਰ ਹੋਣ, ਜਿੱਥੇ ਤੁਸੀਂ ਉਹਨਾਂ ਨੂੰ ਮਤਲਬ ਕੋਈ ਫਿਜ਼ੀਕਲ ਐਕਟੀਵਿਟੀ ਵੀ ਕਰਾਓਗੇ, ਕੋਈ ਕੰਮ ਸਿਖਾਓਗੇ, ਰੀਕ੍ਰੀਏਸ਼ਨਲ ਐਕਟੀਵਿਟੀਜ਼ ਕਰਾਓਗੇ, ਔਰ ਉਸ ਤੋਂ ਬਾਅਦ ਉਹਦਾ ਕਮਿਊਨਿਟੀ ਦੇ ਨਾਲ ਲਿੰਕੇਜਸ ਕਰਾਓਗੇ। ਕਿ ਉਹਨਾਂ ਨੂੰ ਜਦੋਂ ਤੁਸੀਂ ਉਹ ਕਰਨਾ, ਜਿਹੜਾ ਬੰਦੇ ਠੀਕ ਹੋ ਗਏ, ਇੱਕ ਪਿੰਡ ਵਿੱਚੋਂ ਇੱਕ ਬੰਦਾ ਆਇਆ, ਉਹਨੂੰ ਠੀਕ ਕਰਤਾ, ਉਹਨੂੰ ਤੁਸੀਂ ਪੀਅਰ ਐਜੂਕੇਟਰ ਬਣਾਉਣਾ ਕਿ ਬਾਕੀ ਪਿੰਡ ਦਿਆਂ ਨੂੰ ਉਹ ਲੈ ਕੇ ਆਏਗਾ ਔਰ ਪਿੰਡ ਵਾਲੇ ਉਹਨਾਂ ਨੂੰ ਸਪੋਰਟ ਕਰਨਗੇ। ਤੇ ਇਸ ਤਰ੍ਹਾਂ ਜੇ ਆਪਾਂ ਮਿਲ ਕੇ ਕੰਮ ਕਰਾਂਗੇ ਤਾਂ ਇਸ ਸਮੱਸਿਆ ਦਾ ਹੱਲ ਆਪਾਂ ਕਰ ਲਾਂਗੇ। ਮੰਤਰੀ ਸਾਹਿਬ, ਕਿਸੇ ਨਸ਼ੇ ਨੂੰ ਰੋਕ ਦੇਣਾ, ਉਸ ਤੋਂ ਬਾਅਦ ਉਹ ਨਸ਼ਾ ਵਿਕਦਾ ਜ਼ਰੂਰ ਹੈ, ਬਲੈਕ ਦੇ ਵਿੱਚ ਵਿਕਦਾ, ਉਹ ਮਹਿੰਗਾ ਹੋ ਜਾਂਦਾ। ਕੀ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਨਸ਼ਾ, ਮੰਨ ਲਓ ਕੋਈ ਵੀ ਨਸ਼ਾ ਹੋਵੇ, ਜਾਂ ਉਸ ਨੂੰ ਇਹਦਾ ਪਰ ਰੋਕ ਕੇ ਹੀ ਇਹਦਾ ਹੱਲ ਨਿਕਲ ਸਕਦਾ? ਦੇਖੋ, ਜਿਹੜਾ ਕਾਨੂੰਨ ਹੁੰਦਾ ਨਾ ਜੀ, ਕੋਈ ਵੀ, ਉਹਦਾ ਇਨਫੋਰਸਮੈਂਟ ਦਾ ਇੱਕ ਲਿਮਟਡ ਰੋਲ ਹੁੰਦਾ, ਉਹਦੇ ਨਾਲ ਚੇਂਜ ਨਹੀਂ ਆਉਂਦੀ। ਮਤਲਬ ਜਿਵੇਂ ਹੁਣ ਜਿਸ ਤਰ੍ਹਾਂ ਆਪਾਂ ਦੇਖਦੇ ਰਾਜਸਥਾਨ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਜਿਵੇਂ ਚਾਈਲਡ ਮੈਰਿਜਸ ਹੈ, ਹਾਂਜੀ,
ਕਦੋਂ ਦੀਆਂ ਬੈਂਡ ਹੈ ਜੀ, ਹੋਈ ਜਾ ਰਹੀਆਂ ਨਾ, ਅਜੇ ਵੀ ਹੋਈ ਜਾ ਰਹੀਆਂ, ਬਹੁਤ ਸਾਰੇ ਬਿਲਕੁਲ ਸੂਬਿਆਂ ਦੇ ਵਿੱਚ ਘਟੀਆਂ ਜ਼ਰੂਰ ਆ ਲੇਕਿਨ ਹੋਈ ਜਾ ਰਹੀਆਂ। ਪ੍ਰੋਸਟੀਟਿਊਸ਼ਨ ਬੈਂਡ ਹੈ ਜੀ, ਅਜੇ ਵੀ ਚੱਲਦੀ ਪਈ ਹੈ ਜੀ, ਮੰਨ ਲਓ ਨਾ। ਇਸੇ ਤਰ੍ਹਾਂ ਨਸ਼ੇ ਆਪਣੇ ਬੈਂਡ ਹੈ ਪਰ ਚੱਲੀ ਜਾਂਦੇ ਆ। ਜਿਹੜੀ ਚੀਜ਼ ਦੀ ਤੁਸੀਂ ਡਿਮਾਂਡ ਹੋਏਗੀ ਉਹਦੀ ਸਪਲਾਈ ਮਿਲ ਹੀ ਜਾਣੀ ਹੈ ਤੁਹਾਨੂੰ, ਮੰਨ ਲਓ ਨਾ। ਮਹਿੰਗੀ ਹੋ ਜਾਏਗੀ ਮੰਨ ਲਓ ਨਾ, ਹੋਰ ਮਤਲਬ ਉਹਦੇ 'ਚ ਲੋਕ ਫਸ ਜਾਣਗੇ ਵਿਚਾਰੇ, ਜੇਲ੍ਹਾਂ ਚਲੇ ਜਾਣਗੇ, ਲੇਕਿਨ ਉਹ ਜਿੰਨੀ ਦੇਰ ਉਹਦੀ ਡਿਮਾਂਡ ਰਹੇਗੀ, ਜਿੰਨੀ ਦੇਰ ਤੁਸੀਂ ਡਿਮਾਂਡ ਰਿਡਕਸ਼ਨ ਨਹੀਂ ਕਰੋਗੇ, ਔਰ ਜਿਹੜੀ ਅਸਲ ਚੇਂਜ ਆਉਂਦੀ ਆ ਥਰੂ ਐਜੂਕੇਸ਼ਨ ਆਉਂਦੀ ਆ। ਸੋ ਅਲਟੀਮੇਟ ਜਿਹੜੀ ਚੇਂਜ ਆ ਉਹ ਐਜੂਕੇਸ਼ਨ ਦੇ ਥਰੂ ਆਉਂਦੀ ਆ, ਔਰ ਉਹੀ ਸਾਡੀ ਸਰਕਾਰ ਜਿਹੜੀ ਉਹ ਕੋਸ਼ਿਸ਼ ਕਰ ਰਹੀ ਆ ਕਿ ਲੋਕਾਂ ਨੂੰ ਐਜੂਕੇਟ ਕਰਕੇ, ਕਮਿਊਨਿਟੀ ਪਾਰਟਿਸਿਪੇਸ਼ਨ ਕਰਕੇ, ਵਧੀਆ ਟ੍ਰੀਟਮੈਂਟ ਸੈਂਟਰ ਜਿਹੜੇ ਸਟੇਟ ਆਫ ਦੀ ਆਰਟ ਜਿਹੜੇ ਹੈਗੇ ਆ, ਜਿਹਦੇ ਵਿੱਚ ਸਾਰੇ ਨਸ਼ੇ ਨੂੰ ਛੁਡਾਉਣ ਦੀਆਂ ਸਾਰੀਆਂ ਸੁਵਿਧਾਵਾਂ ਹੋਣ, ਇਹੋ ਜਿਹੇ ਸੈਂਟਰ ਬਣਾ ਕੇ। ਤਾਂ ਇਹ ਇੱਕ ਪ੍ਰੋਸੈਸ ਹੈ, ਬਹੁਤ ਸਾਰੀ ਮਿਹਨਤ ਕਰਨੀ ਪਏਗੀ, ਬਹੁਤ ਸਾਰੇ ਅੱਛੇ ਬੰਦੇ ਨੂੰ ਅੱਗੇ ਪਾਉਣਾ ਪਏਗਾ। ਜਿੰਨੇ ਵੀ ਤੁਹਾਡੇ ਜਿਹੜੇ ਕੋਈ ਸਾਬਕਾ ਫੌਜੀ ਹੈ, ਰਿਟਾਇਰਡ ਟੀਚਰਸ ਹੈ, ਜਿਹੜੇ ਕੋਈ ਮੈਡੀਸਨ ਦੇ ਵਿੱਚੋਂ ਕੋਈ ਰਿਟਾਇਰ ਹੋਇਆ, ਕੋਈ ਫਾਰਮਾਸਿਸਟ ਹੈ, ਕੋਈ ਡਾਕਟਰ ਹੈ, ਹੋਰ ਜਿਹੜੇ ਸਮਾਜ ਦੇ ਚੰਗੇ ਬੰਦੇ ਆ, ਜਿਹੜੇ NGOs ਹੈ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਅੱਗੇ ਆਓ। ਇਸ ਵੇਲੇ ਰਾਈਟ ਟਾਈਮ ਹੈ। ਇਸ ਵੇਲੇ ਪੰਜਾਬ ਦੇ ਲੋਕ ਇਸ ਮਤਲਬ ਨਾਮਰਾਦ ਬਿਮਾਰੀ ਤੋਂ ਛੁਟਕਾਰਾ ਚਾਹੁੰਦੇ ਆ, ਮਤਲਬ ਸੜਕਾਂ ਤੇ ਆ ਰਹੇ ਆ, ਉਹਦੇ ਨਾਲ ਵਾਇਲੈਂਸ ਹੋਏਗੀ। ਉਹ ਕਈ ਵਾਰੀ ਮਤਲਬ ਆਪਾਂ ਇੱਕ ਸਟੇਜ ਤੇ ਆ ਜਿੱਥੇ ਆਪਾਂ ਇਹਨੂੰ ਠੀਕ ਕਰ ਸਕਦੇ ਹਾਂ। ਔਰ ਮੈਂ ਇੱਕ ਗੱਲ, ਜਿਹੜੇ ਤੁਹਾਡੇ ਨਸ਼ਾ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਬੰਦਾ ਨਸ਼ਾ ਕਰਦਾ ਉਹ ਇੱਕ ਰਸਤੇ ਤੇ ਚੱਲਿਆ। ਉਸ ਰਸਤੇ ਤੇ ਕੀ ਹੈ ਕਿ ਜਾਂ ਤਾਂ ਉਹ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਹੋਏਗਾ, ਉਹਦੇ ਮਾਂ-ਪਿਓ ਪੈਸੇ ਖਰਚ ਕਰ ਰਹੇ ਹੋਣਗੇ, ਜਾਂ ਉਹ ਜੇਲ੍ਹ ਵਿੱਚ ਹੋਏਗਾ, ਤੇ ਜਾਂ ਫਿਰ ਉਹ ਸ਼ਮਸ਼ਾਨ ਘਾਟ ਪਹੁੰਚ ਜਾਏਗਾ। ਅਲਟੀਮੇਟ ਉਹਦੀ ਡੈਸਟੀਨੇਸ਼ਨ ਉਹ ਹੈ। ਤੇ ਦੂਜੇ ਪਾਸੇ ਨੂੰ ਉਹਦੇ ਵਾਸਤੇ ਇੱਕ ਰਸਤਾ ਹੈਗਾ ਜਿੱਥੇ ਸਾਡੇ ਡਾਕਟਰਸ, ਸਮਾਜ ਦੇ ਚੰਗੇ ਬੰਦੇ, ਉਹਦੇ ਪਰਿਵਾਰ ਦੇ ਮੈਂਬਰ, ਉਹਦੀ ਮਾਂ, ਉਹਦੀ ਭੈਣ, ਉਹਦੀ ਘਰਵਾਲੀ, ਉਹਦੀ ਬੇਟੀ ਇੰਤਜ਼ਾਰ ਕਰਦੇ ਆ ਕਿ ਸਾਡਾ ਇਹ ਜਿਹੜਾ ਮੇਰਾ ਭਰਾ ਜਾਂ ਮੇਰਾ ਬੇਟਾ ਨਸ਼ਾ ਕਰਦਾ ਇਹ ਵਾਪਸ ਆਵੇ। ਉੱਥੇ ਰੁਜ਼ਗਾਰ ਹੈ, ਉੱਥੇ ਇੱਕ ਚੰਗੀ ਜ਼ਿੰਦਗੀ ਹੈ ਜਿਹਦੇ ਵਿੱਚ ਕਿ ਇੱਕ ਪਰਿਵਾਰ ਹੈ, ਬਹੁਤ ਲਵਿੰਗ ਪਰਿਵਾਰ ਹੈ, ਇੱਕ ਸਮਾਜ ਹੈ ਸਾਡਾ ਚੰਗਾ, ਇੱਕ ਸਿਹਤ ਮਹਿਕਮਾ ਹੈ, ਇੱਕ ਮੁੱਖ ਮੰਤਰੀ ਹੈ ਜਿਹੜਾ ਤੁਹਾਡੀ ਮਦਦ ਕਰਨੀ ਚਾਹੁੰਦਾ, ਜਿਹੜਾ ਦਿਨ ਰਾਤ ਮਿਹਨਤ ਕਰ ਰਿਹਾ। ਉਹ ਸਾਰੇ ਤੁਹਾਡਾ ਇੰਤਜ਼ਾਰ ਕਰਦੇ ਆ ਕਿ ਤੁਸੀਂ ਇੱਧਰ ਪਿੱਛੇ ਨੂੰ ਮੁੜੋ। ਹੁਣ ਇੱਕ ਸਟੈਪ ਜਿਹੜਾ ਹੈਗਾ, ਇੱਕ ਵਾਰੀ ਟਰਨ ਅਰਾਊਂਡ ਆ ਜਾਓ, ਇੱਧਰ ਨੂੰ ਆ ਜਾਓ। ਬਹੁਤ ਵਧੀਆ, ਤੁਹਾਨੂੰ ਅਸੀਂ ਰੁਜ਼ਗਾਰ ਵੀ ਦੇਵਾਂਗੇ, ਕੰਮ ਵੀ ਸਿਖਾਵਾਂਗੇ, ਪਿਆਰ ਦੁਲਾਰ ਵੀ ਮਿਲੇਗਾ, ਤੁਹਾਡਾ ਇਲਾਜ ਕਰਾਂਗੇ, ਤੁਹਾਨੂੰ ਕੋਈ ਦਿੱਕਤ ਨਹੀਂ ਆਉਣ ਦਿੰਦੇ, ਕੋਈ ਤੁਹਾਡੀ ਹਰੈਸਮੈਂਟ ਨਹੀਂ ਹੋਏਗੀ। ਜਿਹੜਾ ਬੰਦਾ ਟੀਕਾ ਲਾਉਂਦਾ ਹੈ ਉਹਨੂੰ ਸਾਡੇ ਹਸਪਤਾਲ 'ਚ ਲਿਆਓ, ਕੋਈ ਉਹਨੂੰ ਪਰੇਸ਼ਾਨ ਨਹੀਂ ਹੋਏਗੀ, ਕੋਈ ਪੁਲਿਸ ਪਰੇਸ਼ਾਨ ਨਹੀਂ ਕਰੇਗੀ, ਕੁਛ ਨਹੀਂ ਕਰੇਗਾ। ਜਿਹੜਾ ਇਹਨੂੰ ਨਸ਼ਾ ਛੱਡਣਾ ਚਾਹੁੰਦਾ ਹੈ ਉਹਦੇ 'ਚ ਅਸੀਂ ਪੂਰੀ ਮਦਦ ਕਰਾਂਗੇ। ਮੰਤਰੀ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਮੁੱਦਾ ਹੁਣ ਨਵਾਂ ਉੱਠਿਆ, ਵੈਸੇ ਤਾਂ ਨਸ਼ਾ ਤੇ ਪ੍ਰਵਾਸ ਦੋ ਮਸਲੇ ਨੇ ਸਭ ਤੋਂ ਵੱਡੇ ਮੁੱਦੇ ਪੰਜਾਬ ਦੇ ਨੇ, ਪਰ ਜਦੋਂ ਪ੍ਰਵਾਸ ਕਰਕੇ ਇੱਥੋਂ ਬਹੁਤ ਸਾਰੇ ਜਾ ਰਹੇ ਨੇ ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਤਾਂ ਉੱਥੇ ਦਿਲ ਦਾ ਦੌਰਾ ਪੈਣ ਕਰਕੇ ਮੌਤਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ। ਇਹਦਾ ਕੋਈ ਤੁਸੀਂ ਕਾਰਨ ਲੱਭਿਆ? ਕੋਈ ਤੁਸੀਂ ਕਮੇਟੀ ਕੋਈ ਬਣਾਈ, ਕੋਈ ਸਿਹਤ ਮਾਹਰਾਂ ਦੇ ਨਾਲ ਕੋਈ ਇਸ ਦੇ ਬਾਰੇ ਤੁਸੀਂ ਕਰ ਰਹੇ ਹੋ? ਕਿਉਂਕਿ ਮੇਰਾ ਇਹਦੇ ਬਾਰੇ ਕਾਫੀ ਵਿਚਾਰ ਵਟਾਂਦਰਾ ਹੋਇਆ ਜੀ ਇਹਦੇ ਬਾਰੇ। ਇੱਕ ਤਾਂ ਜਦੋਂ ਬੰਦਾ ਕਿਤੇ ਬਾਹਰ ਜਾਂਦਾ ਨਾ ਜੀ, ਉਹਨੂੰ ਬਹੁਤ ਸਾਰੀ ਅਨਸਰਟਨਟੀ, ਬੇਸਿਕਲੀ ਉਹਦਾ ਜਿਹੜਾ ਬਿਗੇਸਟ ਕਿਲਰ ਹੈ ਉਹ ਸਟ੍ਰੈਸ ਹੈ। ਉਹਦੇ ਤੇ ਬਹੁਤ ਜ਼ਿਆਦਾ ਸਟ੍ਰੈਸ ਉਸ ਬੰਦੇ ਤੇ, ਕਿਉਂਕਿ ਉਹ ਕਰਜ਼ਾ ਲੈ ਕੇ ਗਿਆ, ਜ਼ਮੀਨ ਵੇਚ ਕੇ ਗਿਆ, ਗਹਿਣੇ ਰੱਖ ਕੇ ਜਾਂ ਕੁਛ ਕਰਕੇ ਗਿਆ। ਉਹਨੂੰ ਪਤਾ ਵੀ ਜੇ ਮੈਂ ਕਾਮਯਾਬ ਨਾ ਹੋਇਆ ਤੇ ਮੈਂ ਮਾਰਿਆ ਜਾਊਂਗਾ, ਮੇਰਾ ਪਰਿਵਾਰ ਵੀ ਮਾਰਿਆ ਜਾਊਗਾ। ਤਾਂ ਇੱਕ ਉਹਦਾ ਸਭ ਤੋਂ ਵੱਡਾ ਕਿਲਰ ਤਾਂ ਹੈਗਾ ਸਟ੍ਰੈਸ। ਦੂਜਾ, ਉਹਨੂੰ ਅੱਗੇ ਜਾ ਕੇ ਕੰਮ ਨਹੀਂ ਮਿਲਿਆ, ਖਾਣਾ ਪੀਣਾ ਨਹੀਂ ਮਿਲਿਆ, ਉਹ ਡਿਪਰੈਸ਼ਨ 'ਚ ਚਲਾ ਗਿਆ, ਮਤਲਬ ਸਾਈਕੋਲੋਜੀਕਲ ਡਿਸਆਰਡਰ ਆ ਜਿਹੜੇ ਉਹ ਬਹੁਤ ਜ਼ਿਆਦਾ। ਔਰ ਅੱਗੇ ਉਹ ਇੱਥੋਂ ਐਡਮਿਸ਼ਨ ਲੈ ਕੇ ਗਿਆ ਸੀ, ਉੱਥੇ ਜਾ ਕੇ ਪਤਾ ਲੱਗਿਆ ਉਹ ਇੰਸਟੀਚਿਊਟ ਨਹੀਂ ਹੈ, ਜਾਂ ਉਹ ਰੈਕੋਗਨਾਈਜ਼ਡ ਨਹੀਂ ਹੈ, ਜੋ ਕੈਨੇਡਾ ਦੇ ਵਿੱਚ ਹੋਇਆ ਰੀਸੈਂਟਲੀ। ਸੋ ਉਹਦੇ ਨਾਲ ਕੋਈ ਨਾ ਕੋਈ ਫਰਾਡ ਹੋ ਗਿਆ, ਜਾਂ ਬੰਦਾ ਉਹ ਲੈ ਕੇ ਚੱਲੇ ਸੀ ਕੈਨੇਡਾ, ਪਹੁੰਚ ਗਿਆ ਕਿਤੇ ਹੋਰ ਕਿਤੇ ਉਹ। ਤਾਂ ਇਸ ਕਰਕੇ ਜਿਹੜੇ ਬੰਦੇ ਹੈਗੇ ਆ ਉਹ ਮਤਲਬ ਇੱਕ ਬੁਰੇ ਹਾਲਾਤ ਤੋਂ ਇਸ ਤੋਂ ਵਰਸ ਹਾਲਾਤ ਦੇ ਵਿੱਚ ਪਹੁੰਚ ਜਾਂਦੇ ਆ ਉਹ। ਇਸ ਕਰਕੇ ਮੇਜਰ ਕਿਲਰ ਤਾਂ ਇਹਦਾ ਉਹ ਹੈਗਾ। ਕੁਝ ਜਿਹੜੇ ਪੰਜਾਬ ਦੇ ਵਿੱਚ ਵੀ ਯੰਗ ਬੰਦੇ ਨੂੰ ਹੋ ਰਹੇ ਆ, ਬਹੁਤ ਸਾਰੇ ਜਿਹੜੇ ਸਾਡੀ ਫੂਡ ਆ, ਸਾਡਾ ਖਾਣਾ, ਸਾਡੀ ਚੇਨ ਹੈ, ਚਲੋ ਹਵਾ ਦੀ ਤੇ ਜੋ ਪੋਲਿਊਸ਼ਨ ਹੈ ਸੋ ਆਈ ਆ। ਖਾਸ ਕਰਕੇ ਜਿਹੜੇ ਫੂਡ ਸਪਲੀਮੈਂਟਸ ਆ, ਖਾਸ ਜਿਹੜੇ ਬੱਚੇ ਅੱਜ ਕੱਲ੍ਹ ਜਿਮ ਕਰਦੇ ਆ ਜਾਂ ਦੂਜਾ ਕਰਦੇ ਆ, ਉਹਨਾਂ ਦੇ ਵਿੱਚ ਵੀ ਪ੍ਰੋਬਲਮਸ ਹੈਗੀਆਂ। ਅਸੀਂ ਉਹਦੀ ਟੈਸਟਿੰਗ ਵੀ ਕਰਵਾ ਰਹੇ ਹਾਂ ਵੀ ਉਹਦੇ 'ਚ ਕਿਹੜੇ ਸਬਸਟੈਂਸਿਸ ਹੈਗੇ ਆ, ਸਟੀਰੋਇਡਸ, ਪਤਾ ਨਹੀਂ ਕੀ ਕੁਛ ਖਿਲਾਈ ਜਾਂਦੇ ਆ ਲੋਕਾਂ ਨੂੰ। ਤੇ ਆਪਾਂ ਨੂੰ ਫੂਡ ਸਪਲੀਮੈਂਟਸ ਆ ਅਵੋਇਡ ਕਰਨੇ ਚਾਹੀਦੇ, ਜਿੱਥੇ ਤੱਕ ਪੋਸੀਬਲ ਹੋ ਸਕੇ ਨੈਚੁਰਲ ਫੂਡ ਕਰਨਾ ਚਾਹੀਦਾ। ਔਰ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਬਾਹਰ ਦੀ ਸਾਬਤੀ ਨਾਲੋਂ ਘਰ ਦੀ ਅੱਧੀ ਚੰਗੀ। ਤੇ ਜੇ ਤੁਸੀਂ ਇੱਥੇ ਰਹਿ ਕੇ ਜਿੰਨਾ ਮਿਹਨਤ ਤੁਸੀਂ ਜਾ ਕੇ ਬਾਹਰਲੇ ਦੇਸ਼ਾਂ 'ਚ ਕਰਦੇ ਹੋ, ਜੋ ਉਨੀ ਮਿਹਨਤ ਇੱਥੇ ਕਰੋਗੇ, ਕੋਈ ਬੰਦਾ ਪੰਜਾਬ 'ਚ ਭੁੱਖਾ ਨਹੀਂ ਮਰੇਗਾ। ਪੰਜਾਬ ਦੀ ਇਹ ਖਾਸੀਅਤ ਆ। ਪੰਜਾਬ ਦੇ ਵਿੱਚ ਅਸੀਂ ਕੰਮ ਵੀ ਦੇ ਰਹੇ ਹਾਂ। ਸਾਡੇ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਸਾਲ ਦੇ ਵਿੱਚ, ਇਹ ਵੀ ਰਿਕਾਰਡ ਹੈ ਇੱਕ, ਤਕਰੀਬਨ ਜਿਹੜੀਆਂ 35,000 ਜਿਹੜੀਆਂ ਨੌਕਰੀਆਂ ਦੇ ਚੁੱਕੇ ਆ, ਔਰ ਕੱਚੇ ਬੰਦਿਆਂ ਨੂੰ, ਮੁਲਾਜ਼ਮਾਂ ਨੂੰ ਪੱਕੇ ਕਰ ਰਹੇ ਆ। ਬਹੁਤ ਸਾਰੀ ਕੋਸ਼ਿਸ਼, ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਵੇਲੇ ਸਾਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਹਮਲਾ ਮਾਰਨ ਦੀ ਲੋੜ ਹੈ। ਜੇ ਪੰਜਾਬ ਦੇ ਵਿੱਚ ਨਸ਼ੇ ਆ, ਜੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਆ, ਜੇ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੀਆਂ ਦਿੱਕਤਾਂ ਹੈਗੀਆਂ,
ਜੇ ਸਾਡੇ ਕੋਲੇ ਬਿਮਾਰੀਆਂ, ਸਾਡੇ ਹਸਪਤਾਲਾਂ ਦਾ ਸਟਰਕਚਰ ਸੀਗਾ, ਤਾਂ ਇਹਦੇ 'ਚ ਕਿਤੇ ਨਾ ਕਿਤੇ ਜਿਹੜੇ ਬੰਦਿਆਂ ਨੇ ਪਿਛਲੇ 30 ਸਾਲ 'ਚ ਰਾਜ ਕੀਤਾ, ਜਿਹੜੇ ਸਾਨੂੰ ਕ੍ਰਿਟਿਸਾਈਜ਼ ਕਰ ਰਹੇ ਆ, ਕਿਤੇ ਨਾ ਕਿਤੇ ਉਹ ਜ਼ਿੰਮੇਵਾਰ ਆ। ਜੇ ਸਾਡੇ ਉੱਥੇ ਡਾਕਟਰਸ ਨਹੀਂ ਹੈ, ਇਲਾਜ ਨਹੀਂ ਹੋ ਰਿਹਾ, ਰੁਜ਼ਗਾਰ ਨਹੀਂ ਮਿਲ ਰਿਹਾ ਲੋਕਾਂ ਨੂੰ, ਜੇ ਮਤਲਬ ਹਸਪਤਾਲਾਂ ਦੀ, ਸਕੂਲਾਂ ਦੀ ਹਾਲਤ ਖਸਤਾ ਸੀ, ਜੇ ਇਹਨਾਂ ਨੇ ਪਟਵਾਰੀ ਨਹੀਂ ਭਰਤੀ ਕੀਤੇ, ਡਾਕਟਰ ਨਹੀਂ ਭਰਤੀ ਕੀਤੇ, ਕਲਰਕ ਨਹੀਂ ਭਰਤੀ ਕੀਤੇ, ਟੀਚਰ ਨਹੀਂ ਭਰਤੀ ਕੀਤੇ, ਤਾਂ ਕਿਤੇ ਨਾ ਕਿਤੇ ਜਿਹੜੇ ਉਹ ਬੰਦੇ ਆ ਜਿਹੜੇ ਹੁਣ ਇਸ ਵੇਲੇ ਰੌਲਾ ਪਾਉਂਦੇ ਆ, ਕਿਉਂਕਿ 15 ਸਾਲ ਸਰਕਾਰ ਕਾਂਗਰਸ ਦੀ ਔਰ 15 ਸਾਲ ਅਕਾਲੀਆਂ ਦੀ ਬਰਾਬਰ ਆ ਨੇ, 30 ਸਾਲ ਦੇ ਵਿੱਚ ਇਹਨਾਂ ਨੇ ਪੰਜਾਬ ਦਾ ਜੋ ਨੁਕਸਾਨ ਕੀਤਾ, ਤੇ ਸਾਡੇ ਮੁੱਖ ਮੰਤਰੀ ਸਾਹਿਬ ਉਹਨੂੰ 5 ਸਾਲ ਦੇ ਵਿੱਚ ਉਸ ਪਿਕਚਰ ਨੂੰ ਬਿਲਕੁਲ ਬਦਲ ਕੇ ਰੱਖ ਦੇਣਗੇ, ਔਰ ਆਲਰੇਡੀ ਬਦਲ ਰਹੀ ਆ, ਔਰ ਲੋਕਾਂ ਨੂੰ ਵਿਸ਼ਵਾਸ ਵੀ ਆ ਉਹਨਾਂ ਦੇ ਉੱਤੇ। ਜੀ ਬਹੁਤ ਸ਼ੁਕਰੀਆ ਮੰਤਰੀ ਸਾਹਿਬ, ਤੁਸੀਂ ਸਮਾਂ ਦਿੱਤਾ, ਗੱਲਾਂ ਬਾਤਾਂ ਕੀਤੀਆਂ, ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਬਲਬੀਰ ਜੀ ਦੇ ਨਾਲ ਗੱਲਬਾਤ ਕੀਤੀ ਹੈ, ਬਹੁਤ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਹੋਈ ਹੈ, ਚਾਹੇ ਉਹ ਪੰਜਾਬ ਦੇ ਨਸ਼ਿਆਂ ਨੂੰ ਲੈ ਕੇ ਹੋਣ, ਚਾਹੇ ਪ੍ਰਵਾਸ ਨੂੰ ਲੈ ਕੇ, ਚਾਹੇ ਅੱਜ ਕੱਲ੍ਹ ਹੋ ਕੀ ਰਿਹਾ, ਪੰਜਾਬ ਸਰਕਾਰ ਸਿਹਤ ਪੱਖੋਂ ਕੀ ਕਰ ਰਹੀ ਹੈ, ਤੇ ਆਮ ਆਦਮੀ ਕਲੀਨਿਕ ਨੇ ਜਿਹੜੇ ਉਹਨਾਂ ਦੀ ਕੀ ਭੂਮਿਕਾ ਆਉਣ ਵਾਲੇ ਸਮੇਂ ਦੇ ਵਿੱਚ ਰਹਿ ਸਕਦੀ ਹੈ, ਇਹਦੇ ਬਾਰੇ ਅੱਜ ਗੱਲਬਾਤ ਕੀਤੀ ਹੈ। ਤੁਹਾਨੂੰ ਇਹ ਸਾਡੀ ਗੱਲਬਾਤ ਕਿਹੋ ਜਿਹੀ ਲੱਗੀ, ਕੀ ਤੁਸੀਂ ਕਹਿਣਾ ਚਾਹੁੰਦੇ ਹੋ, ਤੁਹਾਡੀਆਂ ਟਿੱਪਣੀਆਂ ਦਾ ਸਾਨੂੰ ਇੰਤਜ਼ਾਰ ਰਹੇਗਾ। ਫਿਲਹਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।